जय गुरुजी। सारी संगत का गुरुजी डिवाइन वर्ल्ड चैनल पर हार्दिक स्वागत है। संगत जी, सत्संग एक माध्यम है गुरुजी का शुक्राना करने का। सत्संग सुनते हुए कोई मजबूरी नहीं है अंत तक सुनने की। जब भी आपको मौका मिले सत्संग सुने। गुरु महाराज सब पर ऐसे ही अपनी कृपा बनाए रखें। अगर आप चैनल पर पहली बार आए हैं तो चैनल को सब्सक्राइब जरूर करें ताकि कोई सत्संग मिस ना हो जाए। सत्संग शेयर करने के लिए आप वीडियो में दिए गए नंबर पर व्हाट्सएप कर सकते हैं। गुरुजी की कृपा से सत्संग साझा करने वाले का और सुनने वाले का दोनों का भला होता है। ना जाने कौन से सत्संग से आपको आपके सवाल का जवाब मिल जाए। सत्संग में जय गुरुजी लिखकर या अपने शहर का नाम लिखकर अपनी हाजिरी जरूर लगवाएं। गुरुजी से आज्ञा लेते हुए शुरू करते हैं मंत्र जाप से। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी, शुक्राना गुरुजी। शुरू करते हैं अपने पहले सत्संग से। जय गुरु जी, शुक्राना गुरु जी, बहुत बहुत शुक्राना मेरे गुरु महाराज जी, अनंतम अनंतम शुक्राना। आज मंगलवार वाले दिन ਦਾ 10 ਜੂਨ ਮੰਗਲਵਾਰ ਦਾ ਦਿਨ ਹੈ ਤੇ ਟਾਈਮ ਹੈ ਸੰਗਤ ਜੀ 11:10 ਸਵੇਰ ਦੇ ਵੇਲੇ ਦਾ। ਸੋ ਗੁਰੂ ਜੀ ਦੇ ਸਰੂਪ ਦੇ ਸਾਹਮਣੇ ਬਹਿ ਕੇ ਮੈਂ ਆਪਣਾ ਸ਼ੁਕਰਾਨਾ ਸਾਸੰਗ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸੋ ਮੰਤਰ ਜਾਪ ਦੇ ਨਾਲ ਸਾਸੰਗ ਸਟਾਰਟ ਕਰਾਂਗੀ। ओम नमः शिवाय, शिवजी सदा सहाय। ओम नमः शिवाय, मेरे गुरु जी सदा सहाय। जय गुरु जी, शुकराना गुरु जी, बहुत बहुत शुकराना मेरे गुरु महाराज जी, तुसी किरपा कीती ਤੇ ਮੈਂ ਮੰਗਲਵਾਰ ਵਾਲੇ ਦਿਨ ਅੱਜ ਬਹੁਤ ਅੱਛਾ ਦਿਨ ਹੈ ਸੰਗਤ ਜੀ। ਅੱਜ ਵਟ ਸਵਿਤਰੀ ਵਰਤ ਵੀ ਹੈਗਾ ਤੇ ਪੂਰਨਿਮਾ ਹੈ। ਪੂਰਨਿਮਾ ਦਾ ਵਟ ਸਵਿਤਰੀ ਵਰਤ ਤੇ ਪੂਰਨਿਮਾ ਦੀ ਤਿਥੀ ਹੈ। ਪੂਰਨਿਮਾ 2 ਦਿਨ ਦੀ ਬਣ ਗਈ ਸੰਗਤ ਜੀ ਤੇ ਪਾਵਨ ਦਿਨ ਹੈ ਅੱਜ ਬਹੁਤ। ਤੇ ਵੱਡਾ ਮੰਗਲ ਵੀ ਹੈ। ਮੰਗਲਵਾਰ ਵੀ ਜਿਹੜਾ ਹੈ ਨਾ ਜੇਠ ਮਹੀਨੇ ਦਾ ਜਿਹੜਾ 5ਵਾਂ ਵੱਡਾ ਮੰਗਲਵਾਰ ਹੈ। ਸੋ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਮੈਂ ਗੁਰੂ ਮਹਾਰਾਜ ਜੀ ਦਾ ਵੀ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਤਾਂ ਸਾਸੰਗ ਕਰਦੇ ਹਾਂ ਆਪਾਂ। ਉਹਨਾਂ ਦੀ ਕਿਰਪਾ ਤੋਂ ਬਗੈਰ ਤਾਂ ਸੰਗਤ ਜੀ ਆਪਾਂ ਸ਼ੁਕਰਾਨਾ ਸਾਸੰਗ ਜਿਹੜਾ ਸ਼ੇਅਰ ਵੀ ਨਹੀਂ ਕਰ ਸਕਦੇ। ਸੋ ਸ਼ੁਕਰਾਨਾ ਸਾਸੰਗ ਸ਼ੇਅਰ ਕਰਨ ਨਾਲ ਵੀ ਆਪਣੇ ਕਸ਼ਟ ਕੱਟਦੇ ਨੇ ਤੇ ਸੁਣਨ ਨਾਲ ਵੀ ਆਪਣੇ ਕਸ਼ਟ ਕੱਟਦੇ ਨੇ। ਦੋਵਾਂ ਸੁਣਨ ਵਾਲੇ ਨੂੰ ਵੀ ਬਲੈਸਿੰਗ ਮਿਲਦੀ ਹੈ ਤੇ ਕਰਨ ਵਾਲੇ ਨੂੰ ਵੀ ਬਲੈਸਿੰਗ ਮਿਲਦੀ ਹੈ ਤੇ ਸ਼ੇਅਰ ਕਰਨ ਵਾਲਿਆਂ ਨੂੰ ਵੀ ਬਲੈਸਿੰਗ ਮਿਲਦੀ ਹੈ। ਸੋ ਸਭ ਨੂੰ ਬਲੈਸਿੰਗ ਦਿੰਦੇ ਨੇ ਮੇਰੇ ਗੁਰੂ ਮਹਾਰਾਜ ਜੀ ਤੇ ਇਹ ਬਹੁਤ ਅੱਛੀ ਸੇਵਾ ਹੈ ਸਭ ਦੀ ਗੁਰੂ ਮਹਾਰਾਜ ਜੀ ਨੇ ਲਾਈ ਹੋਈ ਹੈ। ਸੋ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਲੱਗੀ ਹੋਈ ਹੈ ਸੰਗਤ ਜੀ। ਉਹਨਾਂ ਦੀ ਕਿਰਪਾ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੈਗਾ ਸੰਗਤ ਜੀ। ਸੋ ਸੰਗਤ ਜੀ ਅੱਜ ਪੂਰਨਿਮਾ ਦੇ ਉੱਤੇ ਕਹਿੰਦੇ ਇਸ਼ਨਾਨ ਦਾ ਦਾਨ ਦਾ ਜਾਂ ਬਹੁਤ ਮਹੱਤਵ ਹੁੰਦਾ ਹੈ। ਅੰਨ ਦਾ ਜਲ ਦਾ ਤੇ ਬਾਕੀ ਤੁਲਸੀ ਦੇ ਉੱਤੇ ਮਤਲਬ ਦੀਪਕ ਜਿਹੜਾ ਜਗਾਉਣਾ ਬਹੁਤ ਅੱਛਾ ਹੁੰਦਾ ਹੈ ਪੂਰਨਿਮਾ ਵਾਲੇ ਦਿਨ। ਸੋ ਵਿਸ਼ਨੂੰ ਦੀ ਲਕਸ਼ਮੀ ਦੀ ਪੂਜਾ ਹੁੰਦੀ ਹੈ। ਸੋ ਬਹੁਤ ਪ੍ਰਿਯ ਦਿਨ ਹੁੰਦਾ ਹੈ ਇਹ ਵਿਸ਼ਨੂੰ ਲਕਸ਼ਮੀ ਦਾ। ਸੋ ਹਨੂੰਮਾਨ ਜੀ ਦਾ ਵੀ ਨਾਲ ਹੈ ਸੰਗਤ ਜੀ, ਸੰਕਟ ਮੋਚਨ ਹਨੂੰਮਾਨ ਜੀ ਦਾ। ਤੇ ਹਨੂੰਮਾਨ ਜੀ ਦਾ ਆਪਾਂ ਨੂੰ ਮਤਲਬ ਗੁਰੂ ਜੀ ਨੇ ਦੱਸਿਆ ਹੋਇਆ ਸੰਗਤ ਜੀ, ਗੁੜ ਚਨੇ ਦਾ, ਲੱਡੂ ਦਾ ਜਾਂ ਨਾਰੀਅਲ ਦਾ ਕੋਈ ਵੀ ਭੋਗ ਪ੍ਰਸ਼ਾਦ ਆਪਾਂ ਲਵਾ ਸਕਦੇ ਹਾਂ ਤੇ ਹਨੂੰਮਾਨ ਜੀ ਦੇ ਅੱਗੇ ਦੀਪਕ ਜਗਾਈਏ ਤੇ ਹਰ ਮਨੋਕਾਮਨਾ ਪੂਰੀ ਹੋਏਗੀ। ਵੱਡੇ ਮੰਗਲ ਦੇ ਉੱਤੇ ਹਨੂੰਮਾਨ ਜੀ ਦੀ ਜ਼ਿਆਦਾ ਕਿਰਪਾ ਬਰਸਦੀ ਹੈ ਸੰਗਤ ਜੀ। ਇਹ ਲਾਸਟ ਮਤਲਬ ਕਿ ਬੜਾ ਮੰਗਲਵਾਰ ਹੈ। ਸੋ ਮੰਗਲਵਾਰ ਗੁਰੂ ਜੀ ਨੇ ਮੈਨੂੰ ਸੁੰਦਰਕਾਂਡ ਦਾ ਪਾਠ ਵੀ ਮਤਲਬ ਦੱਸਿਆ ਹੋਇਆ ਵੀ ਜ਼ਰੂਰ ਕਰਨਾ। ਮੈਂ ਮੰਗਲਵਾਰ ਤੇ ਸ਼ਨੀਵਾਰ ਜ਼ਰੂਰ ਕਰਦੀ ਹਾਂ। ਗੁਰੂ ਜੀ ਕਹਿੰਦੇ ਮੰਗਲਵਾਰ ਸ਼ਨੀਵਾਰ ਚਾਲੀਸਾ ਵੀ 7 ਵਾਰੀ ਪੜ੍ਹਨਾ ਤੇ ਸੁੰਦਰਕਾਂਡ ਦਾ ਪਾਠ ਵੀ ਸੁਣਨਾ। ਸੋ ਸੰਗਤ ਜੀ ਸੁੰਦਰਕਾਂਡ ਦਾ ਪਾਠ ਵੀ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਸਵੇਰੇ ਸੁਣਿਆ ਤੇ ਬਾਕੀ 7 ਵਾਰੀ ਹਨੂੰਮਾਨ ਚਾਲੀਸਾ ਵੀ ਪੜ੍ਹਾਂਗੀ ਤੇ ਮੰਦਰ ਵੀ ਦੀਪਦਾਨ ਜ਼ਰੂਰ ਕਰਾਂਗੀ, ਭੋਗ ਲਗਵਾਵਾਂਗੀ ਹਨੂੰਮਾਨ ਜੀ ਨੂੰ। ਸੋ ਗੁਰੂ ਜੀ ਦੀ ਕਿਰਪਾ ਨਾਲ। ਸੋ ਗੁਰੂ ਜੀ ਕਿਰਪਾ ਕਰਦੇ ਨੇ ਤਾਂ ਸਭ ਕੁਝ ਆਪਦੇ ਹੱਥੋਂ ਕਰਨੇ ਆ ਸੰਗਤ ਜੀ। ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ, ਕਰ ਪਾਉਂਦੇ ਹਾਂ ਆਪਾਂ ਸਭ। ਬਸ ਮੈਂ ਕਹਿੰਦੀ ਹਾਂ ਗੁਰੂ ਜੀ ਦੀ ਇਹੋ ਜਿਹੀ ਕਿਰਪਾ ਬਣੀ ਰਵੇ, ਮਿਹਰ ਭਰਿਆ ਹੱਥ ਰਵੇ ਹਮੇਸ਼ਾ ਸਿਰ ਦੇ ਉੱਤੇ ਵੀ ਜਿਹੜਾ ਆਪਾਂ ਇਹ ਸਾਰਾ ਜਿਹੜਾ ਧਰਮ ਦੇ ਕੰਮਾਂ ਦੇ ਵਿੱਚ ਲੱਗੇ ਰਹੀਏ ਤੇ ਹਮੇਸ਼ਾ ਪੋਜ਼ਿਟਿਵ ਪੂਰਾ ਰਵੇ ਆਪਣੇ ਆਸ ਪਾਸ ਦੇ ਘਰ ਦੇ ਵਿੱਚ ਵੀ। ਬਸ ਇਹੀ ਮੇਰੀ ਗੁਰੂ ਜੀ ਦੇ ਅੱਗੇ ਪ੍ਰਾਰਥਨਾ ਹੈ। ਸੋ ਸੰਗਤ ਜੀ ਮੈਂ ਨਾ ਮਤਲਬ ਸਾਡੀ ਕਿਚਨ ਦੇ ਵਿੱਚ ਨਾ ਮਤਲਬ ਕਾਫੀ ਸਾਰੀਆਂ ਨਾ ਚੀਟੀਆਂ ਆ ਗਈਆਂ ਸੀ। ਸੋ ਗੁਰੂ ਮਹਾਰਾਜ ਜੀ ਮੈਂ
ਮਤਲਬ ਮੈਂ ਇਹੀ ਚਾਹੁੰਦੀ ਧਰਮ ਦੇ ਕੰਮ ਆਪਾਂ ਕਰੀਏ। ਚੀਟੀਆਂ ਨੂੰ ਤਾਂ ਮੈਂ ਆਟਾ ਸ਼ੱਕਰ ਪਾ ਕੇ ਆਉਣੀ ਆ, ਮਤਲਬ ਆਟਾ ਸ਼ੱਕਰ ਪਾਈਦਾ ਉਹਨਾਂ ਨੂੰ, ਐਸੇ ਕਰਕੇ ਆਪਾਂ ਤਾਂ ਦਾਨ ਪੁੰਨ ਵਾਲੇ ਕੰਮ ਕਰਨੇ ਨੇ। ਸੋ ਇਹ ਚੀਟੀਆਂ ਜਿਹੜੀਆਂ ਨੇ ਨਾ, ਮਤਲਬ ਕੋਈ ਵੀ ਭਾਵੇਂ ਜੇ ਆਪਣੇ ਹੱਥੋਂ ਮਰਨੀ ਨਹੀਂ ਚਾਹੀਦੀ ਸੀ ਚੀਟੀ। ਝੱਟ ਹੀ ਸੰਗਤ ਜੀ, ਚੀਟੀ ਕੋਈ ਮਾੜੀ ਜੀ ਵੀ ਕੋਈ ਪੋਚੇ ਅੱਗੇ ਆ ਜਾਵੇ, ਜਾਂ ਮਤਲਬ ਆਪਾਂ ਕਿਚਨ ਦੀ ਸਫਾਈ ਕਰਦੇ ਆ ਵਿੱਚ, ਮਤਲਬ ਸਫਾਈ ਦੇ ਵਿੱਚ ਸਲੈਬ ਸਾਫ਼ ਕਰਨ ਲੱਗਿਆ ਆ ਜਾਵੇ, ਤਾਂ ਚੀਟੀ ਤਾਂ ਝੱਟ ਹੀ ਮਰ ਜਾਂਦੀ ਹੈ। ਸੋ ਇਹ ਮਤਲਬ ਇਸ ਤਰ੍ਹਾਂ ਦੀ ਜੀਵ ਹੱਤਿਆ ਨਹੀਂ ਹੋਣੀ ਚਾਹੀਦੀ ਆਪਣੇ ਹੱਥੋਂ। ਮਤਲਬ ਸਾਡੇ ਹੱਥੋਂ ਗੁਰੂ ਜੀ ਸਾਰੇ ਚੰਗੇ ਚੰਗੇ ਤੁਸੀਂ ਕੰਮ ਕਰਾਣੇ, ਤੇ ਗੁਰੂ ਜੀ ਨਿੱਕੀ ਨਿੱਕੀ ਗੱਲ ਦਾ ਧਿਆਨ ਵੀ ਬਹੁਤ ਰੱਖਦੇ ਨੇ ਸੰਗਤ ਜੀ। ਸੋ ਮੈਂ ਨਾ ਉਹ ਮਤਲਬ ਜਦੋਂ ਰੋਟੀ ਪਕਾਉਂਦੀ ਸੀ ਸੰਗਤ ਜੀ, ਚਕਲਾ ਵੇਲਣੇ ਦੇ ਆਸੇ ਪਾਸੇ ਨਾ ਬਹੁਤ ਚੀਟੀਆਂ ਇਕੱਠੀਆਂ ਹੋ ਜਾਂਦੀਆਂ ਸੀ, ਤੇ ਬਹੁਤ ਜ਼ਿਆਦਾ ਚੀਟੀਆਂ। ਮੈਂ ਗੁਰੂ ਜੀ ਨੂੰ ਤਾਂ ਕੁਛ ਨਹੀਂ ਕਿਹਾ, ਪਰ ਮੇਰੇ ਮਨ ਚ ਆਉਂਦਾ ਸੀ, ਮੈਂ ਕਿਹਾ ਹਾਈ ਚੀਟੀਆਂ। ਜਦੋਂ ਮੈਂ ਸਫਾਈ ਕਰਨੀ ਤਾਂ ਮੇਰੇ ਕੋਲ ਸਫਾਈ ਨਹੀਂ ਸੀ ਉਹ ਕਰ ਪਾਉਂਦੀ ਮੈਂ, ਇੰਨੀਆਂ ਚੀਟੀਆਂ ਇਕੱਠੀਆਂ ਹੋ ਜਾਣੀਆਂ ਕਿ ਮੇਰਾ ਮਤਲਬ ਸਫਾਈ ਕਰਨੀ, ਉਹ ਸਲੈਬ ਸਾਫ਼ ਕਰਨੀ ਮੁਸ਼ਕਿਲ ਹੋ ਜਾਂਦੀ ਸੀ। ਮੈਂ ਕਿਹਾ ਸਲੈਬ ਸਾਫ਼ ਕਰਾਂਗੀ ਤੇ ਉਹ ਸਾਰੀਆਂ ਚੀਟੀ ਕੋਈ ਨਾ ਕੋਈ ਵਿੱਚ ਮਰ ਜਾਂਦੀ ਹੈ, ਤਾਂ ਆਪਣੇ ਹੱਥੋਂ ਕੋਈ ਮਰਨੀ ਨਹੀਂ ਚਾਹੀਦੀ ਚੀਟੀ, ਠੀਕ ਹੈ। ਮਰ ਗਈ ਤਾਂ ਜੀਵ ਹੱਤਿਆ ਵਾਲੀ ਗੱਲ ਹੋ ਜਾਂਦੀ ਹੈ। ਆਪਾਂ ਸਾਰੇ ਪੰਛੀਆਂ ਜਾਨਵਰਾਂ ਦੀ ਗੁਰੂ ਜੀ ਆਪਣੇ ਕੋਲੋਂ ਸੇਵਾ ਲੈਂਦੇ ਪਏ ਨੇ, ਤੇ ਆਪਾਂ ਮਤਲਬ ਆਪਣੇ ਹੱਥੋਂ ਇਹੋ ਜਿਹਾ ਕੰਮ ਕੋਈ ਨਾ ਹੀ ਹੋਵੇ, ਮਤਲਬ ਆਪਣੀ ਇਹੀ ਕੋਸ਼ਿਸ਼ ਹੁੰਦੀ ਹੈ। ਲੇਕਿਨ ਕੀੜੀ ਚੀਜ਼ ਇਹ ਜੀ ਹੈ ਸੰਗਤ ਜੀ, 1 ਮਿੰਟ ਦੇ ਵਿੱਚ ਕੀੜੀ ਤਾਂ ਮਰ ਜਾਂਦੀ ਹੈ, ਜੇ ਆਪਾਂ ਮੰਨ ਲਓ ਕੱਪੜੇ ਨਾਲ ਸਾਫ਼ ਵੀ ਕਰਦੇ ਪਏ ਸਲੈਬ ਕੋਈ ਨੀਚੇ ਆ ਗਈ ਤਾਂ। ਇਸ ਕਰਕੇ ਚੀਟੀ ਕੋਈ ਹੋਣੀ ਨਹੀਂ ਚਾਹੀਦੀ ਘਰ ਦੇ ਵਿੱਚ ਜ਼ਿਆਦਾ। ਤੇ ਉਹ ਸੰਗਤ ਜੀ, ਉਹ ਤਾਂ ਕਿੰਨੀਆਂ ਚੀਟੀਆਂ ਇਕੱਠੀਆਂ, ਮੈਂ ਨਾ ਹਲਦੀ ਪਾ ਕੇ ਫਿਰ ਉਹਨਾਂ ਨੂੰ ਮਤਲਬ ਚੀਟੀਆਂ ਭਜਾਉਂਦੀ ਸੀ ਵੀ ਹਲਦੀ ਪਾ ਦੇਣੀ, ਮੈਂ ਸਾਫ਼ ਵੀ ਕਰਨੀ, ਮਤਲਬ ਇੱਕ ਵਾਰੀ ਛੱਡਤੀ ਸੀ ਸਲੈਬ, ਮੈਂ ਹਲਦੀ ਪਾ ਦੇਣੀ ਮਾੜੀ ਜੀ, ਮੈਂ ਕਿਹਾ ਹਲਦੀ ਪਾਉਣ ਨਾਲ ਚੀਟੀਆਂ ਭੱਜ ਜਾਣਗੀਆਂ। ਤੇ ਉਹ ਚੀਟੀਆਂ ਹਟਦੀਆਂ ਹੀ ਨਹੀਂ ਸੀ ਸੰਗਤ ਜੀ। ਤੇ ਉਹ ਮੈਨੂੰ ਨਾ ਸਤਸੰਗ ਆ ਗਿਆ ਕੁਦਰਤੀ, ਵੇਖ ਲਓ ਗੁਰੂ ਜੀ ਮਤਲਬ ਹਰ ਗੱਲ ਮਨ ਦੇ ਭਾਵ ਸਮਝਦੇ ਨੇ। ਹਜੇ ਕਿ ਮੈਂ ਗੁਰੂ ਜੀ ਨੂੰ ਕਿਹਾ ਵੀ ਕੁਛ ਨਹੀਂ, ਬਸ ਮੇਰੇ ਮਨ 'ਚ ਹੀ ਸੀ ਵੀ ਚੀਟੀਆਂ ਦੀ ਮਤਲਬ ਹੱਤਿਆ ਨਹੀਂ ਹੋਣੀ ਚਾਹੀਦੀ ਆਪਣੇ ਹੱਥੋਂ। ਤੇ ਇੰਨੀਆਂ ਚੀਟੀਆਂ ਇਕੱਠੀਆਂ ਹੋ ਜਾਂਦੀਆਂ, ਇੰਨੀਆਂ ਹੋਣੀਆਂ ਨਹੀਂ ਚਾਹੀਦੀਆਂ ਵੀ ਇੰਨੀਆਂ ਚੀਟੀਆਂ ਕਿਉਂ ਆ ਰਹੀਆਂ ਨੇ, ਮੈਨੂੰ ਸਮਝ ਨਹੀਂ ਆ ਰਹੀ ਸੀ ਸੰਗਤ ਜੀ। ਤੇ ਮੈਨੂੰ ਨਾ ਗੁਰੂ ਜੀ ਨੇ ਸਤਸੰਗ ਸੁਣਾਤਾ, ਕਿਸੇ ਆਂਟੀ ਦਾ ਸਤਸੰਗ ਆਇਆ ਮੇਰੇ ਚੀਟੀਆਂ ਦਾ ਹੀ ਸੰਗਤ ਜੀ, ਕੀ ਕਹਿੰਦੀ ਵੀ ਚੀਟੀਆਂ ਬਹੁਤ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਹੁੰਦੀਆਂ ਸੀ, ਤੇ ਉਹ ਚੀਟੀਆਂ ਜਾਂਦੀਆਂ ਨਹੀਂ ਸੀ, ਮਤਲਬ ਬਹੁਤ ਸਾਰਾ ਢਿੱਗ ਲੱਗ ਜਾਂਦਾ ਸੀ ਮੇਰੀ ਵੀ ਕਿਚਨ ਵਿੱਚ। ਤੇ ਕਹਿੰਦੀ ਮੈਂ ਨਾ ਫਿਰ ਕਹਿੰਦੀ ਗੁਰੂ ਜੀ ਕਹਿੰਦੇ ਨੈਗੇਟਿਵ ਐਨਰਜੀ ਜਿਹੜੀ ਹੈ ਠਹਿਰ ਗਈ ਹੈ ਇੱਥੇ। ਤੇ ਕਹਿੰਦੀ ਫਿਰ ਮਤਲਬ ਗੁਰੂ ਜੀ ਨੇ ਕਹਿੰਦੀ ਫਿਰ ਮੈਂ ਨਾ ਮਤਲਬ ਚੀਟੀਆਂ ਨੂੰ ਫਿਰ ਆਪਦੇ ਸਿਰ ਦੇ ਉੱਤੋਂ ਐਂਟੀ ਕਲੋਕ ਵਾਈਜ਼ ਗੁੜ ਦਾ ਟੁਕੜਾ ਵਾਰ ਕੇ ਨਾ, ਗੁੜ ਨੂੰ ਚੂਰ ਕਰਕੇ ਚੀਟੀਆਂ ਨੂੰ ਭੋਗ ਦੇ ਕੇ, ਤੇ ਮਤਲਬ ਫਿਰ ਚੀਟੀਆਂ ਅੱਗੇ ਪ੍ਰਾਰਥਨਾ ਕੀਤੀ ਵੀ ਮਤਲਬ ਕਿ ਭੁੱਲ ਚੋਂ ਕੋਈ ਮਾਫ਼ ਕਰਨਾ ਤੇ ਭੋਗ ਸਵੀਕਾਰ ਕਰਨਾ। ਤੇ ਸੰਗਤ ਜੀ ਫਿਰ ਉਹ ਕਹਿੰਦੀ ਵੀ ਜਦੋਂ ਚੀਟੀਆਂ ਉਸ ਤੋਂ ਬਾਅਦ ਨਾ ਮੁੜ ਕੇ ਕਹਿੰਦੀ ਇੱਕਾ ਦੁੱਕਾ ਕੋਈ ਇੱਕ ਅੱਧੀ ਭਾਵੇਂ ਦਿਸਦੀ ਹੋਵੇ, ਹੁਣ ਕਦੇ ਇੰਨੀਆਂ ਚੀਟੀਆਂ ਨਹੀਂ ਕਹਿੰਦੀ ਨਜ਼ਰ ਆਈਆਂ ਮੈਨੂੰ। ਸੋ ਗੁਰੂ ਜੀ ਨੇ ਸ਼ਾਇਦ ਮੈਨੂੰ ਹੀ ਸਤਸੰਗ ਸੁਣਾਇਆ ਉਹ ਵੀ ਚਲੋ ਮੈਂ ਵੀ ਐਵੇਂ ਕਰਾਂ। ਤੇ ਬਾਕੀ ਸੰਗਤ ਜੀ ਮੈਂ ਤਾਂ ਹਜੇ ਇਸ ਤਰ੍ਹਾਂ ਕੀਤਾ ਵੀ ਨਹੀਂ, ਪਰ ਗੁਰੂ ਮਹਾਰਾਜ ਜੀ ਆਪਣੇ ਆਪ ਹੀ ਮਨ ਦੇ ਭਾਵਾਂ ਨੂੰ ਸਮਝਦੇ ਨੇ। ਗੁਰੂ ਜੀ ਨੂੰ ਪਤਾ ਸੀ ਮਤਲਬ ਕਿ ਵੀ ਇਹ ਚੀਟੀਆਂ ਤੋਂ ਪਰੇਸ਼ਾਨ ਜੀ ਹੁੰਦੀ ਪਈ ਹੈ ਜਾਂ ਕਿਵੇਂ, ਨਿੱਕੀ ਨਿੱਕੀ ਗੱਲ ਦਾ ਗੁਰੂ ਜੀ ਇੰਨਾ ਧਿਆਨ ਰੱਖਦੇ ਨੇ। ਹੁਣ ਨਾ ਮੈਨੂੰ ਉਹ ਜਿਵੇਂ ਜ਼ਿਆਦਾ ਸਾਰੀਆਂ ਢਿੱਗ ਚੀਟੀਆਂ ਮਤਲਬ ਇਕੱਠੀਆਂ ਹੋ ਜਾਂਦੀਆਂ ਸੀ ਨਾ, ਉਵੇਂ ਨਜ਼ਰ ਨਹੀਂ ਆ ਰਹੀਆਂ ਹੁਣ ਇੱਕਾ ਦੁੱਕਾ ਨਜ਼ਰ ਆ ਰਹੀ। ਹਜੇ ਕਿ ਮੈਂ ਗੁੜ ਵੀ ਨਹੀਂ ਵਾਰਿਆ, ਨਾ ਮੈਂ ਉਸ ਤਰ੍ਹਾਂ ਕੀਤਾ ਜਿਵੇਂ ਆਂਟੀ ਨੇ ਸਤਸੰਗ 'ਚ ਦੱਸਿਆ, ਮੇਰੇ ਆਪਣੇ ਆਪ ਹੀ ਚਲੀਆਂ ਗਈਆਂ। ਬਾਕੀ ਗੁਰੂ ਮਹਾਰਾਜ ਜੀ ਤੁਹਾਡੇ ਅੱਗੇ ਪ੍ਰਾਰਥਨਾ ਹੈ ਕਿ ਕੋਈ ਵੀ ਕਦੇ ਵੀ ਸਾਡੇ ਕੋਲੋਂ ਇਹ ਨਿੱਕਾ ਜਿਹਾ ਜੀਵ ਹੈ ਭਾਵੇਂ ਇਹਦੀ ਹੱਤਿਆ ਸਾਡੇ ਹੱਥੋਂ ਹੋਣੀ ਨਹੀਂ ਚਾਹੀਦੀ, ਇਹ ਘਰ 'ਚ ਇੰਨੀਆਂ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ ਨਾ। ਕਿ ਉਹ ਪੋਚੇ ਵੀ ਲਾਣੇ ਹੋਏ, ਝਾੜੂ ਪੋਚਾ ਕਰਦੇ ਆ ਤਾਂ ਵੀ ਵਿੱਚ ਨਹੀਂ ਆਉਣੀ ਚਾਹੀਦੀ ਚੀਟੀ, ਡਰ ਲੱਗਦਾ ਵੀ ਵਿੱਚ ਕੋਈ ਹੱਤਿਆ ਨਾ ਹੋ ਜਾਏ ਚੀਟੀ ਦੀ। ਤੇ ਮਤਲਬ ਇਹ ਨਾ ਹੀ ਆਵਣ ਤਾਂ ਠੀਕ ਹੈ ਘਰ ਦੇ ਵਿੱਚ, ਕਿਉਂਕਿ ਫਿਰ ਇਹ ਜੀਵ ਇੰਨਾ ਛੋਟਾ ਹੈ। ਗੁਰੂ ਮਹਾਰਾਜ ਜੀ ਸਾਡੇ ਹੱਥੋਂ ਕੋਈ ਵੀ ਇਹੋ ਜਿਹਾ ਪਾਪ ਵਾਲਾ ਕੰਮ ਨਾ ਹੋਵੇ, ਠੀਕ ਹੈ ਨਾ। ਇਹ ਜਾਣੇ ਅਣਜਾਣੇ 'ਚ ਹੀ ਹੋ ਜਾਂਦਾ ਇਹ, ਮਤਲਬ ਆਪਾਂ ਪਾਪ ਕੋਈ ਕਰਦੇ ਥੋੜ੍ਹਾ ਪਏ, ਆਪਾਂ ਚਾਹੁੰਦੇ ਥੋੜ੍ਹਾ, ਇਹ ਜਾਣੇ ਅਣਜਾਣੇ ਦੇ ਵਿੱਚ ਹੀ ਹੋ ਜਾਂਦੇ ਨੇ ਇਹੋ ਜਿਹੇ। ਪਰ ਇਹ ਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਇਹ ਜੀ ਕਰਨੀ ਹੈ ਕਿ ਤੁਸੀਂ ਇਹੋ ਜਿਹਾ ਪਾਪ ਸਾਡੇ ਹੱਥੋਂ ਹੋਣ ਨਹੀਂ ਦੇਣਾ, ਠੀਕ ਹੈ ਨਾ। ਤੇ ਆਵਣ ਹੀ ਨਾ ਚੀਟੀਆਂ, ਕੋਈ ਇੱਕਾ ਦੁੱਕਾ, ਇਹ ਨਹੀਂ ਵੀ ਢਿੱਗਾਂ ਦੇ ਢਿੱਗ ਚੀਟੀਆਂ ਫਿਰਨ। ਸੋ ਗੁਰੂ ਮਹਾਰਾਜ ਤੁਸੀਂ ਨੈਗੇਟਿਵ ਐਨਰਜੀ ਨੂੰ ਖ਼ਤਮ ਕਰਨਾ, ਤੁਸੀਂ ਬੈਠੇ ਹੋਏ ਹੋ ਘਰ ਦੇ ਵਿੱਚ। ਬਾਕੀ ਜੋ ਗੁਰੂ ਮਹਾਰਾਜ ਤੁਸੀਂ ਕਹਿੰਦੇ ਹੋ ਵੀ 2 ਔਰਤਾਂ ਹੈਗੀਆਂ ਨੇ ਵੀ ਉਹ ਮਤਲਬ ਕਿ ਤੈਨੂੰ ਵੇਖ ਨਹੀਂ ਸਿਖਾਉਂਦੀਆਂ, ਤੇ ਉਹ ਤੇਰੇ ਸੁਖੀ ਜੀਵਨ ਨੂੰ ਤੇ ਉਹ ਮਤਲਬ ਨੈਗੇਟਿਵ ਐਨਰਜੀ ਭੇਜਦੀਆਂ ਨੇ, ਜਾਂ ਮੇਰੇ ਪਤੀ ਦੇ ਥਰੂ ਕੋਈ ਚੀਜ਼ਾਂ ਭੇਜਦੀਆਂ, ਜਾਂ ਮੇਰੇ ਪਤੀ ਖਾ ਪੀ ਵੀ ਲੈਂਦੇ ਨੇ। ਤੇ ਗੁਰੂ ਮਹਾਰਾਜ ਇਹ ਸਭ ਕੁਛ ਮੇਰੀ ਤੁਹਾਡੇ ਅੱਗੇ ਹੀ ਪ੍ਰਾਰਥਨਾ ਹੈ ਵੀ ਜੋ ਚੀਜ਼ਾਂ ਭੇਜਦੀਆਂ ਨੇ, ਹੁਣ ਮੇਰੇ ਪਤੀ ਦੇ ਅੱਗੇ ਮੇਰਾ ਵੱਸ ਨਹੀਂ ਚੱਲਦਾ,
ਉਹਨੇ ਉਹਨਾਂ ਦੀ ਭੇਜੀ ਚੀਜ਼ ਵੀ ਖਾਣੀ ਹੈ ਜ਼ਰੂਰ, ਤੇ ਉਹਨੇ ਮਤਲਬ ਜੋ ਚਾਹ ਪਾਣੀ ਬਹਿ ਕੇ ਉਹਨਾਂ ਹੱਥੋਂ ਵੀ ਖਾ ਪੀ ਲੈਣਾ, ਠੀਕ ਹੈ ਨਾ। ਤੇ ਹੁਣ ਜੇ ਮੈਂ ਰੋਕਾਂ ਤਾਂ ਉਹਨਾਂ ਰੁਕਣਾ ਨਹੀਂ, ਉਹ ਮੇਰੇ ਕਹਿਣ ਤੇ ਕੋਈ ਮਤਲਬ ਮਾਮਲਾ ਹੀ ਇਹੋ ਜਿਹਾ ਹੈ ਗੁਰੂ ਮਹਾਰਾਜ ਜੀ ਕਿ ਮਤਲਬ ਉਹਨਾਂ ਦਾ ਜਾਨ ਆਨ ਵੀ ਹੈਗਾ ਏ, ਤੇ ਖਾ ਪੀ ਵੀ ਲੈਂਦੇ ਨੇ, ਤੇ ਉਹਨਾਂ ਦੀ ਦਿੱਤੀ ਚੀਜ਼ ਵੀ ਲੈ ਆਉਂਦੇ ਨੇ। ਤੇ ਹੁਣ ਜੇ ਮੈਂ ਨਾ ਰੱਖਾਂ ਚੀਜ਼ ਤਾਂ ਵੀ ਝਗੜਾ ਹੁੰਦਾ ਹੈ ਘਰ ਦੇ ਵਿੱਚ। ਮੈਂ ਕਹਿੰਦੀ ਹਾਂ ਵੀ ਘਰ ਦੇ ਵਿੱਚ ਲੜਾਈ ਨਹੀਂ ਪੈਣੀ ਚਾਹੀਦੀ, ਝਗੜਾ ਨਹੀਂ ਹੋਣਾ ਚਾਹੀਦਾ, ਮੈਂ ਚੁੱਪ ਕਰ ਰਹਿੰਦੀ ਹਾਂ। ਮੈਂ ਗੁਰੂ ਮਹਾਰਾਜ ਤੁਹਾਡੇ ਹੀ ਅੱਗੇ ਹੱਥ ਜੋੜ ਕੇ ਫਿਰ ਪ੍ਰਾਰਥਨਾ ਕਰਦੀ ਹਾਂ ਵੀ ਗੁਰੂ ਮਹਾਰਾਜ ਜੋ ਲੈ ਆਉਂਦੇ ਨੇ ਖਾਣ ਪੀਣ ਵਾਲੀ ਕੋਈ ਚੀਜ਼, ਮੈਂ ਚਾਹੇ ਨਾ ਖਾਵਾਂ, ਉਹਨਾਂ ਨੇ ਖਾਣੀ ਖਾਣੀ ਹੈ। ਤੁਸੀਂ ਉਸ ਚੀਜ਼ ਨੂੰ ਪ੍ਰਸ਼ਾਦ ਬਣਾ ਦਿਆ ਕਰੋ, ਮੈਂ ਤੁਹਾਡੇ ਸਰੂਪ ਦੇ ਅੱਗੇ ਰੱਖ ਦਿੰਦੀ ਹਾਂ ਗੁਰੂ ਮਹਾਰਾਜ ਜੀ। ਹੁਣ ਜੋ ਵੀ ਲੈ ਆਉਂਦੇ ਨੇ ਮੈਂ ਤੁਹਾਡੇ ਸਰੂਪ ਦੇ ਅੱਗੇ ਐਸੇ ਕਰਕੇ ਰੱਖਦੀ ਹਾਂ ਵੀ ਗੁਰੂ ਮਹਾਰਾਜ ਤੁਸੀਂ ਇਸ ਚੀਜ਼ ਨੂੰ ਪ੍ਰਸ਼ਾਦ ਬਣਾ ਦਿਓ। ਮੈਂ ਚਾਹੇ ਨਾ ਖਾਵਾਂ, ਇਹਨਾਂ ਨੇ ਖਾਣੀ ਖਾਣੀ ਹੈ, ਤੇ ਉਹ ਚੀਜ਼ ਪ੍ਰਸ਼ਾਦ ਬਣ ਜਾਵੇ ਤੇ ਇਹਨਾਂ ਦੇ ਉੱਤੇ ਕੋਈ ਬੁਰਾ ਪ੍ਰਭਾਵ ਨਾ ਪਵੇ, ਕੋਈ ਨੈਗੇਟਿਵ ਪ੍ਰਭਾਵ ਨਾ ਪਵੇ ਇਹਨਾਂ ਦੇ ਉੱਤੇ, ਤੇ ਕੋਈ ਮਤਲਬ ਮੇਰੇ ਪ੍ਰਤੀ ਮਤਲਬ ਗਲਤ ਸੋਚ ਜਾਂ ਗਲਤ ਦਿਮਾਗ ਨਾ ਇਹਨਾਂ ਦਾ ਹੋਵੇ। ਤੇ ਉਹ ਖਾਣ ਦੇ ਬਾਵਜੂਦ ਵੀ ਜਦੋਂ ਚੀਜ਼ ਪ੍ਰਸ਼ਾਦ ਬਣ ਜਾਏਗੀ ਤਾਂ ਕੋਈ ਨੈਗੇਟਿਵ ਪ੍ਰਭਾਵ ਪਵੇਗਾ ਹੀ ਨਹੀਂ। ਬਾਕੀ ਤੁਸੀਂ ਧਿਆਨ ਰੱਖਣਾ, ਇਹਨਾਂ ਨੂੰ ਖੁੱਲਾ ਤਰ੍ਹਾਂ ਰੱਖਣਾ, ਆਂਚ ਨਹੀਂ ਆਉਣ ਦੇਣੀ ਬਸ। ਤੇ ਧਿਆਨ ਰੱਖਣਾ ਕੰਡਾ ਤੱਕ ਨਹੀਂ ਚੁੱਭਣ ਦੇਣਾ, ਤੇ ਬਸ ਆਯੂ ਇਹਨਾਂ ਦੀ ਲੰਬੀ ਕਰਨੀ ਹੈ, ਕੋਈ ਚੀਜ਼ ਦਾ ਕੋਈ ਬੈਡ ਇਫੈਕਟ ਵੀ ਨਾ ਪਵੇ ਇਹਨਾਂ ਦੇ ਉੱਤੇ, ਠੀਕ ਹੈ ਨਾ। ਜਿਵੇਂ ਮਤਲਬ ਸਤਸੰਗ ਮੈਂ ਸੁਣਦੀ ਹਾਂ ਵੀ ਇਹ ਚੀਜ਼ਾਂ ਬਿਮਾਰੀਆਂ ਵੀ ਲਾਉਂਦੀਆਂ ਨੇ ਤੇ ਨੈਗੇਟਿਵ ਪ੍ਰਭਾਵ ਵੀ ਪਾਉਂਦੀਆਂ ਨੇ। ਬਸ ਜੇ ਉਹ ਪ੍ਰਸ਼ਾਦ ਬਣ ਜਾਏਗਾ ਤਾਂ ਕੋਈ ਬੁਰਾ ਪ੍ਰਭਾਵ ਪਵੇਗਾ ਹੀ ਨਹੀਂ। ਗੁਰੂ ਜੀ ਤੁਸੀਂ ਸਾਖਸ਼ਾਤ ਪਰਮਾਤਮਾ ਹੋ। ਬਸ ਮੇਰੀ ਤੁਹਾਡੇ ਹੀ ਹੱਥ ਬੰਨ ਕੇ ਹੱਥ ਜੋੜ ਕੇ ਪ੍ਰਾਰਥਨਾ ਹੈ ਗੁਰੂ ਮਹਾਰਾਜ ਜੀ, ਮੈਂ ਕਰਦੀ ਪਈ ਹਾਂ ਵੀ ਜਿਹੜੀ ਚੀਜ਼ ਖਾਣ ਵਾਲੀ ਲੈ ਆਉਂਦੇ ਨੇ ਤੇ ਮੈਂ ਤੁਹਾਡੇ ਸਰੂਪ ਦੇ ਅੱਗੇ ਐਸੇ ਕਰਕੇ ਰੱਖਣੀ ਆ, ਗੁਰੂ ਜੀ ਇਹਨੂੰ ਪ੍ਰਸ਼ਾਦ ਬਣਾ ਦਿਓ। ਤੇ ਤੁਸੀਂ ਇਹਨਾਂ ਦੇ ਅੰਗ ਸੰਗ ਹਮੇਸ਼ਾ ਸਹਾਈ ਰਿਹਾ ਕਰੋ ਵੀ ਜਦੋਂ ਕੋਈ ਚਾਹ ਪਾਣੀ ਵਗੈਰਾ ਕੁਛ ਪੀਂਦੇ ਵੀ ਨੇ ਉਹਨਾਂ ਦੇ ਹੱਥੋਂ, ਤਾਂ ਗੁਰੂ ਮਹਾਰਾਜ ਜੀ ਤੁਸੀਂ ਉਹਨੂੰ ਵੀ ਪ੍ਰਸ਼ਾਦ ਬਣਾ ਦਿਆ ਕਰੋ, ਕਿਉਂਕਿ ਇਹੋ ਜਿਹੇ ਬੰਦਿਆਂ ਦੀਆਂ ਕਰਤੂਤਾਂ ਦੇ ਜਿਹੜੀਆਂ ਨੇ ਉਹ ਤੋਂ ਬਾਜ਼ ਨਹੀਂ ਆਉਂਦੇ ਹੁੰਦੇ ਇਹੋ ਜਿਹੇ ਬੰਦੇ। ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰਸ਼ਾਦ ਬਣਾਉਣਾ, ਜੇ ਤੁਸੀਂ ਪ੍ਰਸ਼ਾਦ ਬਣਾ ਦਿਓਗੇ ਤਾਂ ਗੁਰੂ ਮਹਾਰਾਜ ਕੋਈ ਬੈਡ ਇਫੈਕਟ ਪਵੇਗਾ ਹੀ ਨਹੀਂ, ਠੀਕ ਹੈ ਨਾ। ਕੋਈ ਨੈਗੇਟਿਵਿਟੀ ਦਾ ਪ੍ਰਭਾਵ ਨਾ ਪਵੇ, ਕੋਈ ਗਲਤ ਪ੍ਰਭਾਵ ਨਾ ਪਵੇ ਉੱਤੇ, ਬਸ ਤੰਦਰੁਸਤ ਰਹਿਣ, ਠੀਕ ਹੈ ਨਾ। ਬਸ ਇਹੀ ਮੈਂ ਮੰਗਦੀ ਹਾਂ ਕਿ ਹਮੇਸ਼ਾ ਦੋਨੋਂ ਸਵਸਥ ਤੰਦਰੁਸਤ ਨਿਰੋਗੀ ਕਾਇਆ ਦੋਨਾਂ ਦੀ ਰਵੇ ਪਤੀ ਪਤਨੀ ਦੀ, ਤੇ ਸੁਖੀ ਜੀਵਨ ਸਾਡਾ ਬਤੀਤ ਕਰੀਏ। ਇਹਨਾਂ ਦੀਆਂ ਸਕੀਮਾਂ ਨੂੰ ਤੁਸੀਂ ਫੇਲ ਕਰਨਾ, ਜੋ ਵੀ ਕਰਦੇ ਕਰਾਉਂਦੇ ਨੇ ਇਹਨਾਂ ਦੀਆਂ ਸਕੀਮਾਂ ਨੂੰ ਤੁਸੀਂ ਫੇਲ ਕਰਨਾ, ਠੀਕ ਹੈ। ਸੋ ਇਹਨਾਂ ਦੀ ਭੇਜੀ ਨੈਗੇਟਿਵਿਟੀ ਨੂੰ ਇਹਨਾਂ ਦੇ ਉੱਤੇ ਬੈਕ ਫਾਇਰ ਕਰ ਦਿਆ ਕਰੋ, ਬਸ ਬੈਕ ਫਾਇਰ ਇਹਨਾਂ ਦੇ ਉੱਤੇ ਕਰ ਦੇਣਾ, ਤਾਂ ਕਿ ਇਹਨਾਂ ਨੂੰ ਅਹਿਸਾਸ ਕਰਾਓ ਕਿ ਗਲਤ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ। ਤੁਸੀਂ ਇਹਨਾਂ ਦੇ ਦਿਮਾਗ ਬੁੱਧੀ ਨੂੰ ਬਦਲ ਦਿਓ, ਗੁਰੂ ਮਹਾਰਾਜ ਇਹ ਗਲਤ ਕੰਮ ਕਰਨ ਹੀ ਨਾ, ਠੀਕ ਹੈ। ਤੁਸੀਂ ਉਹਨਾਂ ਗਲਤ ਬੰਦਿਆਂ ਦੀ ਬੁੱਧੀ ਨੂੰ ਵੀ ਇਸ ਤਰ੍ਹਾਂ ਦੀ ਕਰ ਦਿਓ ਕਿ ਉਹ ਗਲਤ ਕੰਮ ਕਰਨ ਹੀ ਨਾ, ਉਹਨਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਇੰਨਾ ਬਿਜ਼ੀ ਕਰ ਦਿਓ ਕਿ ਉਹ ਸਾਡੇ ਵੱਲ ਧਿਆਨ ਹੀ ਨਾ ਕਰਨ, ਨਾ ਸਾਡੇ ਘਰ ਵੱਲ ਧਿਆਨ ਕਰਨ, ਨਾ ਸਾਡੇ ਦੋਹਾਂ ਜੀਆਂ ਵੱਲ ਧਿਆਨ ਕਰਨ। ਇਹੋ ਜਿਹਾ ਉਹਨਾਂ ਨੂੰ ਤੁਸੀਂ ਬਿਜ਼ੀ ਕਰ ਦਿਓ ਉਹਨਾਂ ਦੇ ਘਰ ਦੇ ਵਿੱਚ ਕਿ ਉਹ ਮਤਲਬ ਸਾਡੇ ਵੱਲ ਖਿਆਲ ਹੀ ਨਾ ਜਾਵੇ ਉਹਨਾਂ ਦਾ। ਗੁਰੂ ਮਹਾਰਾਜ ਤੁਸੀਂ ਸਭ ਕੁਛ ਕਰ ਸਕਦੇ ਹੋ, ਮੇਰੀ ਇਹ ਪ੍ਰਾਰਥਨਾ ਹੈ ਤੁਹਾਡੇ ਅੱਗੇ, ਠੀਕ ਹੈ। ਸੋ ਬਹੁਤ ਬਹੁਤ ਮੈਂ ਸ਼ੁਕਰਾਨਾ ਕਰਦੀ ਹਾਂ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਸਾਹਮਣੇ ਬਹਿ ਕੇ ਸਾਰੀਆਂ ਗੱਲਾਂ ਕਰਦੀ ਹਾਂ ਮੈਂ। ਗੁਰੂ ਮਹਾਰਾਜ ਜੀ ਸਭ ਕੁਝ ਸੁਣਦੇ ਨੇ ਸੰਗਤ ਜੀ, ਤੇ ਸਮਝਦੇ ਨੇ, ਤੇ ਗੱਲਾਂ ਦਾ ਖਿਆਲ ਵੀ ਰੱਖਦੇ ਨੇ। ਹਰ ਗੱਲ ਦਾ ਜੋ ਵੀ ਆਪਾਂ ਕਰਦੇ ਹਾਂ ਉਹ ਤਾਂ ਮਨ ਦੀਆਂ ਗੱਲਾਂ ਨੂੰ ਵੀ ਸਮਝਦੇ ਨੇ। ਤੇ ਹੋਰ ਗੁਰੂ ਮਹਾਰਾਜ ਬਾਕੀ ਤੁਸੀਂ ਜਿਹੜੀ ਬਲੈਸਿੰਗ ਤੁਹਾਡੀ ਮਿਲਦੀ ਹੈ ਉਹਦੇ ਲਈ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ। ਰੋਜ਼ ਸੰਗਤ ਜੀ ਪੰਛੀਆਂ ਨੂੰ ਦਾਣਾ ਪਾਣੀ ਪਾਣੀ ਆ, ਤਾਂ ਕਦੇ 5 ਕਬੂਤਰ ਚਿੱਟੇ, ਕਦੇ 6 ਕਬੂਤਰ ਵਾਈਟ, ਕਦੇ 7 ਕਬੂਤਰ ਦੀ 7 ਨੰਬਰ ਦੀ ਬਲੈਸਿੰਗ ਗੁਰੂ ਜੀ ਦਿੰਦੇ ਨੇ। ਮਤਲਬ ਬਹੁਤ ਪਿਆਰੇ ਲੱਗਦੇ ਨੇ ਜਦੋਂ ਮੈਂ ਦੇਖਦੀ ਹਾਂ ਤਾਂ ਗੁਰੂ ਜੀ ਦੀ ਬਲੈਸਿੰਗ ਨੂੰ। ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਜੀ, ਅਨੰਤਮ ਅਨੰਤਮ ਸ਼ੁਕਰਾਨਾ। ਬਾਕੀ ਬਾਹਰ ਨਿਕਲੋ ਤਾਂ ਏਂਜਲ ਨੰਬਰ ਨਾਲ ਹੀ ਜਾਂਦੇ ਨੇ, ਨਾਲ ਹੀ ਆਉਂਦੇ ਨੇ, ਸਾਰੇ ਏਂਜਲ ਨੰਬਰ ਨਜ਼ਰ ਆਉਂਦੇ ਨੇ, ਸਭ ਏਂਜਲ ਨੰਬਰਾਂ ਦੀ ਬਲੈਸਿੰਗ ਗੁਰੂ ਮਹਾਰਾਜ ਜੀ ਦਿੰਦੇ ਨੇ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਜੀ, ਅਨੰਤਮ ਅਨੰਤਮ। ਕੱਲ ਮੈਂ ਸੰਗਤ ਜੀ ਰਾਤੀ ਵੋਕ ਕਰ ਰਹੀ ਸੀ, ਮੈਂ ਈਵਨਿੰਗ ਵੋਕ ਕਰਦੀ ਹਾਂ 1 ਘੰਟੇ ਦੀ, ਤੇ ਸੰਗਤ ਜੀ ਮੈਨੂੰ ਖੁਸ਼ਬੂ ਆਈ, ਖੁਸ਼ਬੂ ਦੇ ਰੂਪ ਵਿੱਚ ਬਲੈਸਿੰਗ ਦਿੱਤੀ ਗੁਰੂ ਜੀ ਨੂੰ। ਕਿੰਨੀ ਵਾਰੀ ਖੁਸ਼ਬੂ ਆਈ ਮੈਨੂੰ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਜੀ, ਅਨੰਤਮ ਅਨੰਤਮ ਬਾਰੰਬਾਰ ਸ਼ੁਕਰਾਨਾ, ਕੋਟि ਕੋਟ ਸ਼ੁਕਰਾਨਾ। ਬਾਕੀ ਗੁਰੂ ਮਹਾਰਾਜ ਜੀ ਤੁਸੀਂ ਧਿਆਨ ਰੱਖਣਾ,
ਇਹਨਾਂ ਜ਼ਾਲਮਾਂ ਤੋਂ ਬਚਾਉਣਾ ਹੈ ਸਾਨੂੰ, ਤੇ ਠੀਕ ਹੈ ਇਹਨਾਂ ਦੀਆਂ ਚੀਜ਼ਾਂ ਨੂੰ ਤੁਸੀਂ ਭੋਗ ਪ੍ਰਸ਼ਾਦ ਬਣਾ ਦੇਣਾ ਹੈ, ਜਿਹੜਾ ਸਾਡੇ ਉੱਤੇ ਕੋਈ ਬੁਰਾ ਪ੍ਰਭਾਵ ਪਵੇ ਨਾ। ਮੇਰੇ ਪਤੀ ਅੰਕਲ ਦਾ ਹੈ ਜ਼ਿਆਦਾ ਮੈਨੂੰ ਡਰ, ਮੈਂ ਤਾਂ ਖਾਂਦੀ ਨਹੀਂ ਉਹ, ਤੇ ਖਾਂਦੇ ਨੇ ਤਾਂ ਇਹਨਾਂ ਦੇ ਉੱਤੇ ਕੋਈ ਭੋਗ ਪ੍ਰਸ਼ਾਦ ਬਣ ਜਾਏਗਾ ਤਾਂ ਨਾ ਹੀ ਕੋਈ ਪ੍ਰਭਾਵ ਪਵੇ ਨੈਗੇਟਿਵ, ਠੀਕ ਹੈ। ਧਿਆਨ ਰੱਖਣਾ ਤੁਸੀਂ ਗੁਰੂ ਮਹਾਰਾਜ ਜੀ, ਤੁਹਾਡੀ ਜ਼ਿੰਮੇਵਾਰੀ ਹੈ, ਮੈਂ ਤੁਹਾਨੂੰ ਦੇ ਦਿੱਤੀ ਜ਼ਿੰਮੇਵਾਰੀ ਸਾਰੀ। ਮੇਰੇ ਪਤੀ ਅੰਕਲ ਨੂੰ ਸੰਭਾਲਣਾ, ਹਰ ਵੇਲੇ ਉਹਨਾਂ ਦਾ ਖਿਆਲ ਰੱਖਣਾ, ਪਲ ਪਲ ਅੰਗ ਸੰਗ ਸਹਾਈ ਰਹਿਣਾ ਉਹਨਾਂ ਦੇ, ਠੀਕ ਹੈ। ਕਿਉਂਕਿ ਨੈਗੇਟਿਵ ਪ੍ਰਭਾਵ ਉਹਨਾਂ ਤੇ ਹੀ ਪੈਣ ਦਾ ਡਰ ਹੁੰਦਾ ਹੈ, ਕਿਉਂਕਿ ਉਹਨਾਂ ਨੇ ਖਾਣਾ ਪੀਣਾ ਵੀ ਹੈ, ਬਹਿਣਾ ਉੱਠਣਾ ਵੀ ਹੈ, ਤੇ ਇਸ ਕਰਕੇ ਮੈਂ ਤਾਂ ਚਾਹੇ ਦੂਰ ਹੀ ਹਾਂ, ਮੈਂ ਤਾਂ ਨਹੀਂ ਨਾ ਖਾਵਾਂ ਪੀਵਾਂ ਨਾ ਬਵਾਂ ਉੱਠਾਂ ਇਹੋ ਜਿਹਾ, ਠੀਕ ਹੈ ਨਾ। ਧਿਆਨ ਰੱਖਣਾ ਗੁਰੂ ਮਹਾਰਾਜ ਜੀ। ਬਾਕੀ ਫਿਨੈਂਸ਼ੀਅਲ ਪ੍ਰੋਬਲਮ ਨੂੰ ਠੀਕ ਕਰੋ ਗੁਰੂ ਮਹਾਰਾਜ ਜੀ, ਗਰਮੀ ਬਹੁਤ ਹੋ ਗਈ ਹੈ ਤੇ ਖਰਚੇ ਵੱਧਦੇ ਪਏ ਨੇ, ਤੇ ਏਸੀ ਉਸੀ ਤੋਂ ਬਗੈਰ ਵੀ ਨਹੀਂ ਰਿਹਾ ਜਾਂਦਾ, ਏਸੀ ਵੀ ਚਲਾਉਣੇ ਪੈਂਦੇ ਨੇ, ਤੇ ਅੱਜ ਕੱਲ ਫਿਰ ਬਿੱਲ ਤੁਹਾਨੂੰ ਪਤਾ ਹੀ ਹੈ ਏਸੀਆਂ ਦੇ ਇੰਨੇ ਇੰਨੇ ਆਉਂਦੇ ਨੇ। ਤੋ ਗੁਰੂ ਮਹਾਰਾਜ ਜੀ ਆਪਣੇ ਕੰਮ ਕਾਰ ਵਾਹਵਾ ਮਤਲਬ ਚਲਾਓ, ਜਿਹੜਾ ਆਪਣਾ ਘਰ ਦਾ ਖਰਚਾ ਜਿਹੜਾ ਸਾਰਾ ਜਿਹੜਾ ਨਿਕਲਦਾ ਜਾਵੇ ਸੌਖਾ, ਇਸ ਤਰ੍ਹਾਂ ਦੀ ਤੰਗੀ ਨਾ ਆਵੇ ਮੇਰੇ ਹਸਬੈਂਡ ਅੰਕਲ ਨੂੰ ਆਉਣ ਦੇਣੀ, ਮੇਰੇ ਹਸਬੈਂਡ ਅੰਕਲ ਨੂੰ ਪੈਸੇ ਨਾਲ ਸੰਬੰਧਿਤ ਤੁਸੀਂ ਪ੍ਰੋਬਲਮ ਨਹੀਂ ਆਉਣ ਦੇਣੀ, ਸਾਰੇ ਖਰਚੇ ਪੂਰੇ ਹੋ ਜਾਣ, ਠੀਕ ਹੈ ਨਾ। ਗਰਮੀਆਂ 'ਚ ਥੋੜ੍ਹੇ ਵੱਧ ਹੋ ਜਾਂਦੇ ਨੇ ਏਸੀਆਂ ਦੇ ਕਰਕੇ, ਖਰਚਾ ਵੱਧ ਜਾਂਦਾ ਹੈ ਥੋੜ੍ਹਾ, ਤੇ ਗੁਰੂ ਮਹਾਰਾਜ ਜੀ ਕਮਾਈ ਵਿੱਚ ਬਰਕਤਾਂ ਹੀ ਬਰਕਤਾਂ ਪਾ ਦਿਓ, ਠੀਕ ਹੈ। ਫਿਨੈਂਸ਼ੀਅਲ ਅੱਗੇ ਨਾਲੋਂ ਤਾਂ ਫਿਨੈਂਸ਼ੀਅਲ ਪ੍ਰੋਬਲਮ ਥੋੜ੍ਹੀ ਠੀਕ ਹੈ, ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਲੇਕਿਨ ਗਰਮੀਆਂ ਦੇ ਵਿੱਚ ਖਰਚੇ ਵੱਧ ਜਾਂਦੇ ਨੇ ਗੁਰੂ ਮਹਾਰਾਜ ਦੀ। ਸੋ ਕਮਾਈ 'ਚ ਇੰਨੀ ਬਰਕਤ ਪੈ ਜਾਵੇ ਕਿ ਮੇਰੇ ਪਤੀ ਅੰਕਲ ਨੂੰ ਮਹਿਸੂਸ ਹੀ ਨਾ ਹੋਵੇ, ਸਾਰਾ ਖਰਚਾ ਨਿਕਲ ਜਾਵੇ ਘਰ ਦਾ, ਬਸ, ਠੀਕ ਹੈ। ਹੋਰ ਬਹੁਤਾ ਕੋਈ ਮੈਂ ਲਾਲਚ ਨਹੀਂ ਕਰਦੀ ਵੀ ਬਹੁਤਾ ਮਤਲਬ ਬਹੁਤ ਮਤਲਬ ਇਹ ਨਹੀਂ, ਮੈਨੂੰ ਲਾਲਚ ਕੋ ਨਹੀਂ ਹੈਗਾ ਵੀ ਧਨ ਹੀ ਧਨ, ਧਨ ਹੀ ਧਨ ਦਿਓ ਗੁਰੂ ਜੀ, ਮੰਗਦੀ ਨਹੀਂ। ਮੈਂ ਕਹਿੰਦੀ ਖਰਚੇ ਪੂਰੇ ਹੁੰਦੇ ਜਾਣ ਸਾਰੇ, ਮਹਿਸੂਸ ਨਾ ਹੋਵੇ ਮੇਰੇ ਪਤੀ ਅੰਕਲ ਨੂੰ ਕਿਵੇਂ ਖਰਚੇ ਪੂਰੇ ਹੋ ਜਾਣ ਸਾਰੇ ਘਰ ਦੇ, ਬਸ ਇਹੀ ਪ੍ਰਾਰਥਨਾ ਹੈ ਗੁਰੂ ਮਹਾਰਾਜ ਜੀ ਦੇ ਅੱਗੇ। ਬਾਕੀ ਗੁਰੂ ਜੀ ਜਿਹੜੇ ਸਤਸੰਗ ਸ਼ੇਅਰ ਕਰਦੇ ਨੇ ਉਹਨਾਂ ਨੂੰ ਵੀ ਪੈਸੇ ਨਾਲ ਸੰਬੰਧਿਤ ਤੁਸੀਂ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ, ਉਹਨਾਂ ਦੀ ਪੈਸੇ ਨਾਲ ਸੰਬੰਧਿਤ ਪ੍ਰੋਬਲਮ ਦਾ ਵੀ ਹੱਲ ਕਰੋ ਤੁਸੀਂ, ਤੇ ਮਤਲਬ ਉਹਨਾਂ ਨੂੰ ਉਹਨਾਂ ਦੇ ਵੀ ਖਰਚੇ ਜਿਹੜੇ ਨੇ ਕਿਵੇਂ ਨਿਕਲਦੇ ਜਾਣ ਉਹਨਾਂ ਨੂੰ ਪਤਾ ਹੀ ਨਾ ਲੱਗੇ, ਠੀਕ ਹੈ ਨਾ। ਤੇ ਅਰੇਂਜਮੈਂਟ ਉਹਨਾਂ ਨੂੰ ਪੈਸੇ ਨਾਲ ਸੰਬੰਧਿਤ ਕਰਾ ਦਿਓ, ਤੇ ਉਹਨਾਂ ਦੇ ਖਰਚੇ ਜਿਹੜੇ ਨੇ ਸਾਰੇ ਪੂਰੇ ਹੋ ਜਾਣ, ਤੇ ਉਹਨਾਂ ਨੂੰ ਮਹਿਸੂਸ ਨਾ ਹੋਵੇ, ਠੀਕ ਹੈ। ਚਾਹੇ ਸੰਗਤ ਪਰਿਵਾਰ ਦੀ ਮਦਦ ਮਿਲ ਜਾਵੇ, ਚਾਹੇ ਤੁਸੀਂ ਅਰੇਂਜਮੈਂਟ ਜਿਵੇਂ ਵੀ ਕਰਵਾਉਣਾ ਹੈ ਗੁਰੂ ਜੀ ਕਰਵਾ ਦਿਓ ਤੁਸੀਂ, ਜਾਨੀ ਜਾਨ ਨੂੰ, ਤੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਪੈਸੇ ਨਾਲ ਸੰਬੰਧਿਤ, ਬਸ ਇਹੀ ਮੇਰੀ ਪ੍ਰਾਰਥਨਾ ਹੈ, ਠੀਕ ਹੈ। ਕਿਉਂਕਿ ਉਹ ਆਪਣੀ ਇੰਨੀ ਵਧੀਆ ਸੇਵਾ ਨਿਭਾ ਰਹੇ ਨੇ, ਸਤਸੰਗ ਸ਼ੇਅਰ ਕਰਦੇ ਨੇ ਆਪਣੇ, ਠੀਕ ਹੈ। ਤੋ ਖਿਆਲ ਰੱਖਣਾ ਗੁਰੂ ਜੀ। ਬਾਕੀ ਸਾਰੀ ਸੰਗਤ ਦਾ ਮੈਂ ਭਲਾ ਮੰਗਦੀ ਹਾਂ, ਸਰਬੱਤ ਦਾ ਭਲਾ ਕਰਨਾ, ਸਤਸੰਗ ਸੁਣਨ ਵਾਲਿਆਂ ਨੂੰ ਵੀ ਬਲੈਸਿੰਗ ਦੇਣਾ, ਠੀਕ ਹੈ। ਸਾਰੀ ਸੰਗਤ ਨੂੰ ਸੁੱਖ ਸ਼ਾਂਤੀ ਸਮਰਿੱਧੀ ਪੋਜ਼ਟੀਵਿਟੀ ਸਭ ਦੇ ਘਰਾਂ ਦੇ ਵਿੱਚ ਬਣੀ ਰਵੇ, ਠੀਕ ਹੈ। ਬਾਕੀ ਮੇਰੇ ਪਤੀ ਅੰਕਲ ਵੱਲੋਂ ਵੀ ਸ਼ੁਕਰਾਨਾ, ਮੇਰੇ ਵੱਲੋਂ ਵੀ ਸ਼ੁਕਰਾਨਾ, ਤੇ ਮੇਰੇ ਪੇਕੇ ਪਰਿਵਾਰ ਵੱਲੋਂ ਵੀ ਸ਼ੁਕਰਾਨਾ, ਤੇ ਪੇਕੇ ਪਰਿਵਾਰ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਮੇਰੇ ਵੱਲੋਂ ਮੇਰੇ ਪਤੀ ਵੱਲੋਂ ਹੋਈਆਂ ਵੀ ਭੁੱਲਾਂ ਚੁੱਕਾਂ ਜਾਣੇ ਅਣਜਾਣੇ 'ਚ ਭੁੱਲਾਂ ਚੁੱਕਾਂ ਦੀ ਮਾਫ਼ੀ ਮੰਗਦੀ ਹਾਂ ਮੈਂ। ਸੋ ਸਾਡੇ ਹੱਥੋਂ ਕੋਈ ਜੀਵ ਹੱਤਿਆ ਜਾਂ ਗਲਤ ਕੰਮ ਕੋਈ ਨਾ ਹੋਵੇ ਗੁਰੂ ਮਹਾਰਾਜ ਜੀ, ਤੁਸੀਂ ਚੰਗੇ ਕੰਮ ਹੀ ਕਰਵਾਉਣੇ ਨੇ, ਠੀਕ ਹੈ। ਇਹੋ ਜਿਹੀ ਨੌਬਤ ਹੀ ਨਾ ਕਦੇ ਆਵੇ ਤੇ ਸਾਡੇ ਹੱਥੋਂ ਕੋਈ ਬੁਰਾ ਕੰਮ ਹੋਵੇ, ਠੀਕ ਹੈ। ਚੰਗੇ ਚੰਗੇ ਕੰਮ ਕਰੀਏ ਧਰਮ ਦੇ, ਅਸੀਂ ਇਹੀ ਕਿਰਪਾ ਬਣਾਈ ਰੱਖਣਾ, ਠੀਕ ਹੈ। ਤੇ ਬਾਕੀ ਹੁਣ ਮੰਤਰ ਜਾਪ ਦੇ ਨਾਲ ਮੈਂ ਸਤਸੰਗ ਨੂੰ ਸਮਾਪਤ ਕਰਦੀ ਹਾਂ। ਗੁਰੂ ਜੀ ਕਹਿੰਦੇ ਨੇ ਮੰਗਲਵਾਰ ਦਾ ਕੀਤਾ ਇੱਕ ਸ਼ੁਕਰਾਨਾ ਸਾਰੇ ਮੰਗਲ ਨੂੰ ਮੰਗਲ ਕਰ ਦੇਗਾ, ਕੁੜੀਏ ਸ਼ੁਕਰਾਨਾ ਕਰਿਆ ਕਰ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ, ਅਨੰਤਮ ਅਨੰਤਮ ਬਾਰੰਬਾਰ ਕੋਟि ਕੋਟ ਸ਼ੁਕਰਾਨਾ। ਸੋ ਮੈਂ ਆਪਣੇ ਸਤਸੰਗ ਨੂੰ ਇੱਥੇ ਵਿਰਾਮ ਦਿੰਦੀ ਹਾਂ ਮੰਤਰ ਜਾਪ ਦੇ ਨਾਲ, ਫਿਰ ਅਗਲੇ ਸਤਸੰਗ ਦੀ ਤਿਆਰੀ ਕਰਾਂਗੇ ਸੰਗਤ ਜੀ। ਓਮ ਨਮः ਸ਼ਿਵਾय, शिव जी सदा सहाय, ओम नमः शिवाय, गुरु जी सदा सहाय, ओम नमः शिवाय, शिव जी सदा सहाय, ओम नमः शिवाय, गुरु जी सदा सहाय। जय गुरु जी, शुकराना गुरु जी, लव यू गुरु पा। ओम नमः शिवाय, शिवजी सदा सहाय। ओम नमः शिवाय, गुरुजी सदा सहाय। चलिए अब सुनते हैं अगले सत्संग को। ओम नमः शिवाय, शिवजी सदा सहाय। ओम नमः शिवाय, गुरुजी सदा सहाय। सुखनाश
शुक्राना गुरुजी। जय गुरुजी, शुक्राना गुरुजी, अनंतम अनंतम शुक्राना गुरुजी। जय संगत जी आज मैं अपना शुक्राना सत्संग गुरुपा के गुरु मंत्र के साथ शुरू करूंगी। ओम नमः शिवाय, शिवजी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। संगत जी, गुरुपा का लख लख शुक्राना है, क्योंकि गुरुपा ने अपनी बिटिया को एक और नया दिन दिया है, जिससे मैं अपनी ईश्वर की महिमा का गुणगान गा सकती हूँ। संगत जी, हम सब गुरुपा की संगत जी, गुरुपा की ही कृपा से, गुरुपा की ही आशीर्वाद से संगत जी जो हम करते हैं संगत जी, सिर्फ और सिर्फ उनकी कृपा और उनके आशीर्वाद की वजह से ही है संगत जी। कोई भी मनुष्य संगत जी बिना ईश्वर की मर्जी से संगत जी हम उनकी भक्ति भी नहीं कर सकते संगत जी। अगर हम ईश्वर का नाम जपते हैं संगत जी, ईश्वर का नाम लेते हैं संगत जी, उनकी भक्ति करते हैं, तो संगत जी वो भी तभी पॉसिबल है संगत जी जब ईश्वर चाहे संगत जी। क्योंकि ईश्वर की मर्जी के बिना संगत जी हम पत्ता भी कोई भी नहीं हिल सकता संगत जी। तो अगर कोई भी ईश्वर का नाम जप रहा है संगत जी, इसमें हमारी कोई भी बड़ाई नहीं है संगत जी। ये सिर्फ और सिर्फ ईश्वर की कृपा है संगत जी। ईश्वर चाहते हैं संगत जी तो हम उनका नाम जप सकते हैं संगत जी। ईश्वर जिसको चाहे संगत जी उसे अपनी भक्ति का दान दे संगत जी। जिसको वो नहीं चाहते संगत जी, वो उनकी चाह के भी भक्ति नहीं कर सकते संगत जी। तो ये सिर्फ और सिर्फ हमारे गुरुपा की कृपा है, हमारे ईश्वर की कृपा है संगत जी, कि ईश्वर अपना नाम हमसे जपवा रहे हैं संगत जी। ईश्वर हमसे अच्छे कर्म करवा रहे हैं संगत जी। इसके लिए ईश्वर का लख लख शुक्राना है, अनंतम अनंतम शुक्राना है संगत जी की कृपा ने हमें इस काबिल समझा है संगत जी। उनकी असीम कृपा जो है संगत जी अपनी पूरी संगत पे है संगत जी। कृपा हमेशा संगत जी हर वो कर्म जो है वो हमसे करवाते हैं संगत जी, जिससे हमारा कल्याण हो सके, जिससे हमारे कष्ट कट सके संगत जी। इन सब चीज़ों के लिए संगत जी हम गुरुपा के बहुत बहुत आभारी हैं संगत जी। तो संगत जी गुरुपा की ही कृपा से संगत जी कल जो हमने अध्याय संगत जी शुरू किया था संगत जी, उसको आज मैं कंटिन्यू करूंगी संगत जी। 9वां अध्याय भगवत गीता का हमने शुरू किया हुआ है संगत जी। उसे आगे बढ़ाते हुए संगत जी आज संगत जी श्री कृष्ण कहते हैं, वेदोक्त यज्ञ आदि कर्मों के करने वाले अपनी कामना की सिद्धि के कारण कभी स्वर्ग में जाते हैं, कभी संसार में आते हैं। इस प्रकार आवागमन में फंसे रहते हैं। जो अन्य भक्त मेरा ध्यान करते हुए मेरी उपासना करते हैं, उन नित्य योगियों की मैं इस संसार में धन यन पुत्र पौत्रादि देकर उनकी रक्षा करता हूँ और फिर आगमन से उन्हें छुड़ा देता हूँ। हे कौन्तेय, अन्य देवताओं के भक्त वर्ग जो उनमें श्रद्धा करके उनकी उपासना करते हैं, ये मेरी विधिहीन पूजा है। इससे वह भक्त मुक्ति को नहीं पाते हैं। मैं सब यज्ञों का भोग करने वाला और सबका प्रभु हूँ। जो मुझको ऐसा प्रभु ईश्वर नहीं जानते हैं, वह आवागमन से नहीं छूटते। देवताओं के पूजने वाले देव गति को प्राप्त होते हैं। पितरों के पूजक पितृलोक जाते हैं। भूतों के पूजने वाले भूत लोक जाते हैं और मुझको पूजने वाले मेरे परम नंद स्वरूप अचल पद को पाते हैं। जो कोई भक्त पत्र पुष्प फल आदि भक्ति युक्त मेरे को निवेदन करता है, उसकी दी हुई वस्तु को मैं प्रसन्नता से अंगीकार करता हूँ। हे कौन्तेय, जो कुछ तुम करते हो, देते हो, तपस्या करते हो, वह मुझको अर्पण करो। ऐसा करने से कर्म बंधन रूप शुभ शुभ फलों से बच जाओगे और संन्यास योग में युक्त होकर मुक्ति के सत मुझको अवश्य पाओगे। हे अर्जुन, मैं संपूर्ण प्राणियों में समान रूप में हूँ। ना कोई मेरा शत्रु है, ना कोई मेरा मित्र। जो मुझको भक्ति पूर्वक बचता है, वही मुझ में है और मैं उसमें हूँ। यदि कोई अत्यंत दुराचारी मनुष्य अन्य देवताओं की पूजा न करके मेरी पूजा करता है, तो वह अन्य भक्त शीघ्र ही दुराचारी से धर्मात्मा हो जाता है और निरंतर शांत रहता है। हे पार्थ, कोई ऐसा भी
पापात्मा क्यों न हो, चाहे क्षत्रिय हो, वैश्य हो, शूद्र हो, यदि मेरा आश्रय ले तो उत्तम गति को प्राप्त होता है। और फिर पुण्यात्मा, ब्राह्मण और भक्त, राजसी, इनका तो कहना ही क्या। इसीलिए हे अर्जुन, ओम नमो ओम नमो भगवते वासुदेवाय, ऐसा मेरा भजन स्मरण कर, मेरा साथ ऐसा मिलेगा जैसा पानी के साथ पानी मिल जाता है। इस प्रकार मेरे साथ अभेद हो। ओम नमो नारायण, ये कहो। जी देखो संगत जी, तो इस तरह से 9वें अध्याय की कथा आज समाप्त होती है। संगत जी, श्री कृष्ण ने कितना सरल जो है संगत जी उपाय बताया है। संगत जी, सिर्फ ओम नमो भगवते वासुदेवाय का उच्चारण करके संगत जी ईश्वर को ध्यान करके संगत जी ईश्वर को स्मरण करके संगत जी मनुष्य जो है संगत जी सब पापों से छूटकर संगत जी मोक्ष को प्राप्त होता है। संगत जी, या फिर ओम नमो नारायण संगत जी ऐसा जो है जाप करते रहिए। संगत जी, अगर आप चाहते हो कि आप भी पापों से छूटकर अंत में मोक्ष को प्राप्त करना चाहते हैं संगत जी, तो इन मंत्रों का उच्चारण करते रहिए संगत जी। तो संगत जी, अब मैं 9वें अध्याय का महात्म जो है वो सब संगत जी के साथ शेयर करूंगी। एक समय लक्ष्मी जी ने पूछा, हे नारायण जी, गीता के 9वें अध्याय के महात्म को कहो, हमारी सुनने की बड़ी इच्छा है। भगवान ने कहा, हे लक्ष्मी, सुनो, दक्षिण देश में सशर्मा नाम का एक शूद्र रहता था। वह मांस मदिरा खाने वाला था और पर स्त्रीगामी थी। वह एक दिन मदिरा पान कर सोया था कि रात्रि में वह मर गया। मरने के बाद उसे प्रेत योनि मिली। तब वह एक वृक्ष पर रहने लगा। उसी नगर में एक भिक्षुक ब्राह्मण भी रहता था। वह दिन को भिक्षा मांग कर लाता। उसकी स्त्री बड़ी कृपण थी, कभी किसी को कुछ न देती थी। समय पाकर ब्राह्मण ब्राह्मणी दोनों ने तन त्याग दिया और उसी वृक्ष पर ये दोनों भी पिशाच पिशाचनी बनकर रहने लगे। बहुत दिन तक पिशाचनी ने कहा, हे पिशाच, तुझे कुछ पिछले जन्म की भी खबर है? तब पिशाच ने कहा, मैं पहले जन्म में ब्राह्मण था। पिशाचनी ने कहा, तुमने कौन सा ऐसा कर्म किया था जिससे पहले जन्म की बात याद है? पिशाच ने कहा, मैंने एक ब्राह्मण के मुख से अध्यात्म ज्ञान को सुना है, जिससे अपने पूर्व जन्म को जानता हूँ। पिशाचनी ने कहा, वह ब्राह्मण कौन था? अध्यात्म कौन कर्म है? पिशाच ने कहा, मैंने कोई शुभ कर्म नहीं किया है, केवल गीता के एक श्लोक को सुना है जो श्री कृष्ण जी ने अर्जुन को सुनाया था। ऐसा कहकर वह श्लोक अर्थ सहित पिशाचनी को सुनाने लगा। बस श्लोक को सुनते ही एक और प्रेत उस वृक्ष से उतर पड़ा और कहा कि जो बातें तुम आपस में करते हो वह मुझसे कहो। ब्राह्मण पिशाच ने वह श्लोक उस प्रेत को भी सुनाया। उससे तीनों प्रेतों की योनि छूट गई और विमान पर बैठकर विष्णु लोक को गए। यही गीता के 9वें अध्याय का महात्म है। जो इस महात्म को भक्ति पूर्वक जो महात्मे इसे भक्ति पूर्वक सुनते हैं वह सदा वैकुंठ में निवास करते हैं। तो संगत जी देखिए, इस तरह से भगवत गीता का 9वें अध्याय का महात्म जो है मैंने सब संगत जी के साथ शेयर किया है। संगत जी, गुरुपा से यही प्रार्थना है, गुरुपा आप सब संगत जी का कल्याण करिए, हम सबका कल्याण करिए। गुरुपा हमसे अच्छे कर्म करवाते रहिए। गुरुपा जैसे आप गुरुपा हमें आदेश देंगे गुरुपा वैसे ही हम जो हैं आपके आदेशों को मानते हुए गुरुपा आपके वचन पे चलेंगे। गुरुपा अपने बच्चों का मार्गदर्शन करते रहिए, हमें अपनी ढेर सारी ब्लेसिंग्स दीजिए गुरुपा, क्योंकि आपके बच्चे जो हैं गुरुपा आपके बिना बिल्कुल अधूरे हैं। गुरुपा जब तक आप हमारा मार्गदर्शन नहीं करेंगे गुरुपा, तो हम बिल्कुल ही जिसको बोलते हैं कि इस भटकते रहेंगे गुरुपा। तो इस तरह से अपने बच्चों का मार्गदर्शन करते रहिए। हमारे सिर पे हमेशा अपना हाथ रखना, पूरी संगत जी का कल्याण करना। जो आंटी जी इस सत्संग को शेयर करते हैं उन्हें ढेर सारी ब्लेसिंग्स देना गुरुपा, उनके सब कष्ट दूर करना गुरुपा।
और संगत जी, आज का मैं अपना शुक्राना सत्संग गुरुपा के गुरुमंत्र के साथ अपनी वाणी को यहीं पे विराम लगाती हूँ और अपने नेक्स्ट सत्संग की तैयारी करती हूँ। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरुजी। अनंतम अनंतम शुक्राना मेरे गुरुपा। सुना आपने कैसे करिश्मा करते हैं हमारे गुरुजी। चलो अब सुनते हैं अगले प्यारे से सत्संग को। शुक्राना 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 गुरुजी। ओम नमः शिवाय, शिवजी सदा सहाय। ओम नमः शिवाय, गुरुपा सदा सहाय। शुक्राना गुरुपा, अनंतम अनंतम शुक्राना गुरुपा। बहुत बहुत शुक्राना। अगर मेरा ये सत्संग शेयर करते समय मुझसे कुछ गलती होती है तो मैं क्षमा चाहती हूँ सत्संग परिवार से और क्षमा चाहती हूँ मेरे गुरुपा से भी। गुरुपा, आपने बहुत बहुत ब्लेस किया है गुरुपा। आपके अगणित ब्लेसिंग है गुरुपा, जो रियली शुक्राना में बयां ही नहीं कर सकते। आपने बहुत ऐसी बीमारियां हैं जो स्टमक के रिलेटेड आपने सत्संग सुनवाया, उसके लिए अनंतम अनंतम शुक्राना गुरुपा। और ये सच बात है गुरुपा, आप सपने में भी आके हमारे कष्ट काट देते हो गुरुपा। पता नहीं क्या जन्म में हमने क्या किया है गुरुपा, बट मुझे तो यही लगता है गुरुपा, आपके चरण कमलों में मेरा शीश हमेशा झुका रहे गुरुपा। हमेशा नीवी रह के रहूँ, अच्छे कर्म करूँ और अच्छी रहूँ गुरुपा। और गुरुपा, बाकी जिधर जो भी मेरे खिलाफ़ है या कोई मुझे कुछ बोलता है उसे आप ही देख लो गुरुपा। ऐसे ही ब्लेस करना सत्संग परिवार को, मेरे बच्चे को, मेरे हस्बैंड अंकल को, मेरे माँ को और मुझे। शुक्राना, बहुत बहुत शुक्राना गुरुपा। बहुत गंभीर गंभीर बीमारियों से आपने बचाया है गुरुपा। बहुत गंदी गंदी मारण क्रिया से आपने बचाया है गुरुपा। तितली रूप में आके हमेशा आपने मुझे प्रोटेक्ट किया है गुरुपा। जब भी कोई नहीं था मेरे प्यारे गुरुपा, आप ही थे। मेरे हर आंसू में आप थे गुरुपा। जब भी मैं रोई हूँ गुरुपा, जब भी मेरे आँखों में आंसू आए हैं, तभी आप है गुरुपा। तितली रूप में हमेशा मेरे साथ थे गुरुपा। मेरे आँखों को आपने ही समझा है गुरुपा। मेरे आँखों में जो भी आंसू है, जो दर्द है, वो सब कुछ आपने समझा है गुरुपा। उसके लिए अनंतम अनंतम शुक्राना गुरुपा। बहुत बहुत शुक्राना गुरुपा। लिटरली मेरे स्टमक में बहुत बहुत पेन था और पता नहीं क्या था और क्या नहीं, बट आपने वो मेरा कष्ट काट दिया गुरुपा। अनंतम अनंतम शुक्राना गुरुपा। फिर आँखों के रिलेटेड आपने बोला था कि जलप्रसाद का जो जलप्रसाद है वो लगाया करो, तो वो ही मैंने लगाया गुरुपा। उससे ही मुझे बहुत बहुत राहत है गुरुपा। अनंतम अनंतम शुक्राना। फिर आपने बोला था कि 7 लवंग जो रहती है वही टेंपल में रखना है मॉर्निंग में और फिर शाम को जला देना है। उससे काफ़ी निगेटिविटी नष्ट हो जाती है। उसके लिए अनंतम अनंतम शुक्राना, मैं वो हमेशा करती हूँ गुरुपा। फिर आपने ये भी बोला था कि अगर सर की नसें खींचती है तो 5 लवंग लेके 7 बार मंत्र जाप करके फिर वो उसको काले कपड़े में गले में बांधना है। यही मैंने सत्संग में सुना था गुरुपा, बट वो मैं नहीं कर पाई और फिर वो टेंपल में छोड़ देना है। बट गुरुपा, आप ही देखना गुरुपा, ये सब कुछ जो भी है गुरुपा, इससे ना आप हो ना गुरुपा तो कॉन्फिडेंस कम तो नहीं है, कॉन्फिडेंस तो बड़ा हुआ ही है और खुद पे आत्मविश्वास ही है। बट ये बार बार कुछ भी करते हैं ना गुरुपा, तो मेरा हस्बैंड अंकल भी कभी कभी चिढ़ जाते हैं बीच में और उनका भी थोड़ा काम बनते बनते बिगड़ता है, तो इसके लिए वो भी थोड़े से कभी कभी गुस्सा हो जाते हैं। बट आप ही आके संभाल लेते हो गुरुपा, आप ही उनको शांत कर देते हो। उसके लिए अनंतम अनंतम शुक्राना गुरुपा। हमेशा मेरे दुख दर्द में आप सहभागी हो गुरुपा, हमेशा मेरा दुख दर्द समझा है। शुक्राना गुरुपा, शुक्राना। अनंतम अनंतम शुक्राना गुरुपा। बहुत बहुत शुक्राना, बहुत बहुत शुक्राने। ये सांस भी आपकी है गुरुपा। ऐसे ही हम नतमस्तक रहे, महाशिव के भक्त रहे गुरुपा, हमेशा आपकी भक्ति करते रहे गुरुपा। जब भी टाइम मिलता है और समय मिलता है हम आपकी भक्ति करते रहे, आपका सिमरन करते रहे, इसी ही मन को शांति मिलती है गुरुपा। अनंतम अनंतम शुक्राना गुरुपा। बहुत बहुत शुक्राना खुद के पैर पे खड़ा रहने का, ये सांस देने के लिए।
ये अच्छा सब कुछ अच्छा दिया है गुरुपा, बहुत कुछ अच्छा, बुद्धि अच्छी, अच्छा परिवार, सब कुछ अच्छा ऐसे ही ब्लेस करना गुरुपा। सत्संग परिवार, मेरे हस्बैंड अंकल, मेरे बच्चों, मेरे माँ और मुझे गुरुपा हमेशा अच्छे कर्म करे और आपके भक्ति में लीन रहे। जब भी टाइम मिले गुरुपा आपका सिमरन करे, यही चाहती हूँ गुरुपा। अनंतम अनंतम शुक्राना गुरुपा, बहुत बहुत शुक्राना। ऐसे ही अंग संग रहना गुरुपा, आप हमेशा प्रेजेंस दिलाते हो गुरुपा। आपको बोलने की कुछ भी ज़रूरत नहीं, आप सब कुछ जानते हो गुरुपा। हर चीज़, हर वक्त, हर सेकंड्स में आप सब कुछ जानते हो गुरुपा। अनंतम अनंतम शुक्राना इतना जानने के लिए गुरुपा, और ऐसे गंदी गंदी बीमारियों से हमें दूर रखने के लिए गुरुपा आपने ही सब करवाते हो गुरुपा। सत्संग, बहुत सारे सत्संग सुनवाए आपने गुरुपा, बहुत सारे, मैंने बहुत सारे सत्संग सुने हैं गुरुपा। मैंने शुक्राना भी मेरे अपलोड्स हुए हैं गुरुपा, उसके लिए भी अनंतम अनंतम शुक्राना गुरुपा, बहुत बहुत शुक्राना गुरुपा। पेट के रिलेटेड, आँख के रिलेटेड, फिर ब्लैक मैजिक के रिलेटेड मैंने बहुत काफ़ी सत्संग सुने गुरुपा। अनंतम अनंतम शुक्राना वो टाइम देने के लिए और वो समय आपने निश्चित करने के लिए, बहुत शुक्राना गुरुपा। ऐसे अंग संग रहना गुरुपा, और हम भी आपके भक्ति में लीन रहे। जब भी टाइम मिले तभी आपकी भक्ति और सिमरन करते रहे। शुक्राना मेरे प्रभु, शुक्राना। ओम नमः शिवाय, शिव जी सदा सहाय। ओम नमः शिवाय मेरे प्यारे गुरुपा, सदा सहाय गुरुपा। ओम नमः शिवाय, शिवजी सदा सहाय। ओम नमः शिवाय, गुरुजी सदा सहाय। चलिए अब सुनते हैं अगले सत्संग को। ओम नमः शिवाय, शिवजी सदा सहाय। ओम नमः शिवाय, गुरुजी सदा सहाय। शुक्राना 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 गुरुजी। जय गुरु जी, शुक्राना गुरु जी, जय गुरु जी, शुक्राना गुरु जी, जय गुरु जी, शुक्राना गुरु जी, शुक्राना 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 गुरु जी। सब तो पहला मैं गुरु जी का मंत्र जाप करूँगी। ओम नमो शिवाय, शिव जी सदा सहाय। ओम नमो शिवाय, गुरु जी सदा सहाय। ओम नमो शिवाय, शिव जी सदा सहाय। ओम नमो शिवाय, गुरु जी सदा सहाय। जय गुरु जी, शुक्राना गुरु जी। जय श्वास श्वास का शुक्राना गुरु जी। जय गुरु जी। मेरे सारे परिवार का शुक्राना गुरु जी। जय गुरु जी। मेरे बेटे बनियो भी शुक्राना गुरु जी। मेरे पति बनियो भी शुक्राना गुरु जी। मेरिया तिन्ना बेटियां बनियो भी शुक्राना गुरु जी। मेरे तिन्ना जवाइयां बनियो भी शुक्राना गुरु जी। दोनों दोतियां बनियो भी शुक्राना गुरु जी। दोती बनियो भी शुक्राना गुरु जी। होने वाले बच्चे बनियो भी शुक्राना गुरु जी। जय गुरु जी, शुक्राना गुरु जी। जय गुरु जी, शुक्राना गुरु जी। गुरु जी, फिलहाल मैं बहुत ज़्यादा क्रिटिकल कंडीशन विचों लंघ रही हाँ, लेकिन ਤੁਹਾਡੇ ਮੈਨੂੰ ਵਾਰ-ਵਾਰ ਮੈਸੇਜ ਆ ਰਹੇ ਆ ਵੀ ਬੇਟੀ ਸ਼ੁਕਰਾਨਾ ਕਰ ਵੀ ਤੇਰਾ ਆ ਫਾਇਦਾ ਹੋ ਜਾਣਾ, ਤੈਨੂੰ ਐਸ਼ ਕਰ, ਤੂੰ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਣਾ, ਤੇਰੇ ਕੋਲੇ ਪੈਸਾ ਆਉਣ ਵਾਲਾ, ਪੈਸੇ ਲਈ ਜਗ੍ਹਾ ਬਣਾ ਲਾ, ਜੇ ਤੇਰੀਆਂ ਸਾਰੀਆਂ ਖੁਸ਼ੀਆਂ ਤੈਨੂੰ ਮਿਲਣ ਵਾਲੀਆਂ ਨੇ, ਨੱਚਣ ਦੀ ਤਿਆਰੀ ਕਰ ਲਾ, ਹੈ ਨਾ। ਅਤੇ ਤੁਸੀਂ ਹੁਣ ਥੋੜ੍ਹੀ ਦੇਰ ਪਹਿਲਾਂ ਮੈਸੇਜ ਆਇਆ ਵੀ 3 ਮਹੀਨੇ ਦੇ ਵਿੱਚ ਤੂੰ ਸੋਚ ਵੀ ਨਹੀਂ ਸਕਦੀ ਵੀ ਤੈਨੂੰ ਕਿੰਨਾ ਵੱਡਾ ਮੁਕਾਮ ਹਾਸਿਲ ਹੋਊਗਾ, ਵੀ ਲੋਕ ਦੇਖਦੇ ਰਹਿ ਜਾਣਗੇ। ਗੁਰੂ ਜੀ, ਮੈਂ ਤਾਂ ਬਸ ਮੰਨ ਸਕਦੀ ਹਾਂ ਤੁਹਾਨੂੰ, ਹੈ ਨਾ, ਮੈਂ ਹੋਰ ਕੁਛ ਨਹੀਂ ਕਰ ਸਕਦੀ। ਮੈਨੂੰ ਤਾਂ ਪਰਿਵਾਰ ਵਾਲੇ ਵੀ ਮੈਨੂੰ ਉਹ ਕਰਦੇ ਨੇ, ਕਿਉਂਕਿ ਮੈਂ ਇਕੱਲੀ ਤੁਹਾਨੂੰ ਮੰਨ ਰਹੀ ਹਾਂ ਘਰਦਿਆਂ ਤੋਂ ਚੋਰੀ। ਹੁਣ ਮੈਂ ਕੁਛ ਦਿਨਾਂ ਤੋਂ ਬੇਟੀ ਬਿਮਾਰ ਕਰਕੇ ਬੇਟੀ ਦੇ ਘਰ ਰਹਿ ਰਹੀ ਹਾਂ ਕਿੰਨੇ ਦਿਨਾਂ ਤੋਂ, ਤਾਂ ਕਰਕੇ ਮੈਨੂੰ ਇੱਥੇ ਸਤਸੰਗ ਸੁਣਨ ਦੀ ਵੀ ਪ੍ਰੋਬਲਮ ਆਉਂਦੀ। ਤੁਸੀਂ ਕਹਿੰਦੇ ਸੀ ਸਤਸੰਗ ਨਹੀਂ ਸੁਣਦੀ, ਇੱਥੇ ਮੈਨੂੰ ਸਤਸੰਗ ਸੁਣਨ ਦੀ ਵੀ ਪ੍ਰੋਬਲਮ ਆਉਂਦੀ ਆ, ਸ਼ੁਕਰਾਨਾ ਕਰਨ ਦੀ ਵੀ ਪ੍ਰੋਬਲਮ ਆਉਂਦੀ ਆ, ਤਾਂ ਇਸ ਕਰਕੇ ਮੈਂ ਨਹੀਂ ਕਰ ਪਾਈ। ਹੁਣ ਵੀ ਉਹ ਦਵਾਈ ਲੈਣ ਗਏ ਹੋਏ ਨੇ ਕੁੜੀ ਪ੍ਰਾਹੁਣਾ ਦੋਨੇ, ਤਾਂ ਮੈਂ ਘਰ ਵਿੱਚ ਇਕੱਲੀ ਸੀ, ਇਸ ਕਰਕੇ ਮੈਂ ਸੋਚਿਆ ਵੀ ਮੇਰੇ ਕੋਲ ਹੁਣ ਵਧੀਆ ਮੌਕਾ, ਮੈਂ ਹੁਣ ਸ਼ੁਕਰਾਨਾ ਕਰ ਸਕਦੀ ਹਾਂ। 1:29 ਹੋ ਗਏ ਗੁਰੂ ਜੀ, ਹੁਣ ਮੈਂ ਤੁਹਾਡਾ ਸ਼ੁਕਰਾਨਾ ਕਰ ਰਹੀ ਹਾਂ। ਮੈਂ ਜੋ ਤੁਸੀਂ ਮੈਨੂੰ ਦਿੱਤਾ ਉਹਦਾ ਵੀ ਸ਼ੁਕਰਾਨਾ, ਮੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਉਹਦਾ ਵੀ ਸ਼ੁਕਰਾਨਾ,
ਹਰ ਚੀਜ਼ ਦਾ ਪੁੱਤਰ ਧੀਆਂ ਬਖਸ਼ੇ, ਉਹਨਾਂ ਦਾ ਵੀ ਸ਼ੁਕਰਾਨਾ ਗੁਰੂ ਜੀ। ਅਗਰ ਮੇਰੇ ਤੋਂ ਕੋਈ ਗਲਤੀ ਹੋਈ ਹੈ ਮੈਨੂੰ ਮਾफ़ ਕਰ ਦਿਓ ਗੁਰੂ ਜੀ। ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਕੋਈ ਮੈਂ ਮਾੜੇ ਕਰਮ ਕੀਤੇ ਆ, ਮੈਂ ਉਹਨਾਂ ਦੀ ਮਾफ़ੀ ਪਹਿਲਾਂ ਵੀ ਮੰਗ ਚੁੱਕੀ ਹਾਂ, ਦੁਬਾਰੇ ਤੋਂ ਫੇਰ ਮੰਗਦੀ ਹਾਂ। ਵੀ ਮੈਂ ਅਬੋਰਸ਼ਨ ਕਰਾਈ ਸੀ, ਵੀ ਉਦੋਂ ਪਤਾ ਨਹੀਂ ਸੀ, ਬਚਪਨਾ ਸੀਗਾ ਅਤੇ ਬਰਨ ਹੋ ਗਿਆ ਸੀ, ਇਸ ਕਰਕੇ ਇੱਦਾਂ ਲੱਗਿਆ ਵੀ ਬੱਚੇ ਦੀ ਪਰਵਰਿਸ਼ ਕਰਨੀ ਹਜੇ ਮੁਸ਼ਕਿਲ ਆ। 2 ਬੇਟੀਆਂ ਪਹਿਲਾਂ ਹੀ ਸੀ, ਕੋਈ ਸੰਭਾਲ ਰਿਹਾ ਸੀ ਉਹਨਾਂ ਨੂੰ, ਤਾਂ ਕਰਕੇ ਉਦੋਂ 19 ਸਾਲ 'ਚ 2-3 ਵਾਰੀ ਗਲਤੀ ਕੀਤੀ ਗਈ। ਤਾਂ ਗੁਰੂ ਜੀ ਮੈਨੂੰ ਮਾफ़ ਕਰ ਦਿਓ। ਮੈਂ ਉਸ ਬੱਚੇ ਤੋਂ ਵੀ ਮਾफ़ੀ ਮੰਗਦੀ ਹਾਂ, ਔਰ ਗੁਰੂ ਜੀ ਤੁਹਾਡੇ ਤੋਂ ਵੀ ਮਾਫ਼ੀ ਮੰਗਦੀ ਹਾਂ, ਮੈਨੂੰ ਮਾफ़ ਕਰ ਦਿਓ। ਔਰ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਮੇਰੀ ਛੁੱਟ ਗਈ, ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਗੁਰੂ ਜੀ। ਮੈਨੂੰ ਨਹੀਂ ਪਤਾ ਅੱਗੇ ਕਿਵੇਂ ਤੁਸੀਂ ਮੈਨੂੰ ਉਠਾਉਂਦੇ ਸੀ, ਜਿਵੇਂ ਉੱਠ ਖੜ੍ਹਦੀ ਸੀ, ਪਰ ਹੁਣ ਮੇਰੀ ਕੁਛ ਸਮੇਂ ਤੋਂ ਥੋੜ੍ਹੀ ਜਿਹੀ ਦਾਤ ਮੈਨੂੰ ਬਖਸ਼ੋ ਗੁਰੂ ਜੀ। ਸ਼ੁਕਰਾਨਾ ਗੁਰੂ ਜੀ, ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਜੈ ਗੁਰੂ ਜੀ। ਔਰ ਗੁਰੂ ਜੀ ਐਕਸੀਡੈਂਟ ਬੜੇ ਹੁੰਦੇ ਆ, 1 ਘੰਟੇ ਦੇ ਵਿੱਚ 2 ਵਾਰ ਮੈਂ ਡਿੱਗੀ, ਮੈਂ ਸੱਟਾਂ ਖਾਧੀਆਂ। ਬੇਟੇ ਦੀ ਗੱਡੀ ਦਾ ਐਕਸੀਡੈਂਟ ਹੋਇਆ, ਜਾਂ ਤਾਂ ਫਿਰ ਉਹਨੂੰ ਕੋਈ ਨੌਕਰੀ ਦੀ ਬਖਸ਼ਿਸ਼ ਕਰ ਦਿਓ ਵੀ ਉਹ ਨੌਕਰੀ ਮਿਲ ਜਾਵੇ ਉਹਨੂੰ ਕੋਈ, ਵੀ ਉਹਨੂੰ ਗੱਡੀ ਚਲਾਉਣੀ ਨਾ ਪਵੇ, ਜਾਂ ਫਿਰ ਉਹਦੇ ਅੰਗ ਸੰਗ ਸਹਾਈ ਹੋਵੋ ਵੀ ਗੱਡੀ ਦਾ ਐਕਸੀਡੈਂਟ ਨਾ ਹੋਵੇ ਗੁਰੂ ਜੀ। ਕਿਉਂਕਿ ਇੱਕ ਡੰਗ ਚਲਾਈ ਨਹੀਂ, ਦੂਜੇ ਡੰਗ ਐਕਸੀਡੈਂਟ ਲੱਗਦੇ ਵਾਲੇ ਆ, ਆਉਂਦੇ ਘੱਟ ਆ। ਹੁਣ ਜੇ ਕੋਈ ਪੈਸਾ ਆਊਗਾ ਤਾਂ ਹੀ ਮੈਂ ਕਿਸੇ ਨੂੰ ਦਾਨ ਵੀ ਕਰ ਪਾਊਂਗੀ, ਹੈ ਨਾ। ਇਸ ਕਰਕੇ ਮਾਫ਼ ਕਰਨਾ ਗੁਰੂ ਜੀ। ਤੁਸੀਂ ਮੈਨੂੰ ਪ੍ਰਸ਼ਾਦੇ ਲਈ ਵੀ ਹੁਕਮ ਕੀਤਾ ਸੀ, ਮੈਂ ਉਹ ਵੀ ਨਹੀਂ ਕਰ ਪਾਈ, ਕਿਉਂਕਿ ਇਸ ਟਾਈਮ ਮੈਂ ਕਾਫੀ ਲੋਕਾਂ ਦੇ ਪੈਸੇ ਦੇਣੇ ਆ, ਮੇਰੇ ਕੋਲ ਪੈਸੇ ਨਹੀਂ ਹੈਗੇ, ਇਸ ਕਰਕੇ ਮੇਰੀ ਮਜਬੂਰੀ ਆ, ਮੈਂ ਹਜੇ ਪ੍ਰਸ਼ਾਦਾ ਨਹੀਂ ਛਕਾ ਸਕਦੀ। ਜਿਸ ਦਿਨ ਮੇਰੇ ਕੋਲ ਬਣੀ, ਮੈਂ ਪ੍ਰਯਾਸ ਕਰੂੰਗੀ ਵੀ ਮੇਰੇ ਇੱਕ ਗੁਰੂ ਸੰਗਤ ਆ, ਉਹਦੇ ਨਾਲ ਗੱਲ ਕਰਕੇ ਅਸੀਂ ਇੱਥੇ ਉਹ ਪ੍ਰਸ਼ਾਦਾ ਕੇਰਾਂ ਫਿਲਹਾਲ ਛਕਾਵਾਂਗੇ। ਫਿਰ ਜਿੰਨਾ ਮੈਂ ਕਰ ਸਕਦੀ ਹੋਈ ਮੈਂ ਵੱਧ ਤੋਂ ਵੱਧ ਪ੍ਰਯਾਸ ਕਰੂੰਗੀ ਵੀ ਜੋ ਵੀ ਪ੍ਰਸ਼ਾਦ ਮੈਂ ਦੇ ਸਕਦੀ ਹੋਈ ਮੈਂ ਓਨਾ ਦਊਂਗੀ। ਉਸ ਤੋਂ ਬਾਅਦ ਜਦੋਂ ਗੁਰੂ ਜੀ ਤੁਸੀਂ ਮੈਨੂੰ ਵੱਡੀ ਬਖਸ਼ੀ ਦਾਤ, ਤਾਂ ਮੈਂ ਵੱਡਾ ਵੀ ਪ੍ਰਸ਼ਾਦ ਮੈਂ ਦੇਖੋ, ਮੈਂ ਤੁਗਰੀ ਜਾਣਾ ਚਾਹੁੰਦੀ ਹਾਂ, ਮੇਰਾ ਕੋਈ ਉੱਥੇ ਨਹੀਂ ਸਾਥ ਬਣ ਰਿਹਾ, ਇਕੱਲੀ ਮੈਂ ਕਿਤੇ ਗਈ ਨਹੀਂ। ਮੈਂ ਪਹਿਲੀ ਵਾਰ ਤੁਹਾਨੂੰ ਪਤਾ ਬਿਜ਼ਨਸ ਦੇ ਸਿਲਸਿਲੇ 'ਚ ਰੋਹਤਕ ਗਈ ਸੀ, ਉਹ ਵੀ ਤੁਹਾਡਾ ਆਸਰਾ ਤੱਕ ਕੇ, ਅਤੇ ਮੈਂ ਦੁੱਗਰੀ ਜਾਣਾ ਚਾਹੁੰਦੀ ਹਾਂ। ਅਤੇ ਲੱਖ ਖੁਸ਼ੀਆਂ जय गुरुजी, अनंतम अनंतम शुक्राना मेरे गुरुपा। सुना आपने कैसे करिश्मा करते हैं हमारे गुरुजी। चलो अब सुनते हैं अगले प्यारे से सत्संग को। जी गुरु जी, जय गुरु जी। संगत जी, मैं गुरु जी की बेटी जयपुर से संध्या वेला 9 जून सोमवार का शुक्राना सत्संग शेयर कर रही हूँ। अगर मुझसे सत्संग करने में कोई भी भूल चूक हो जाए तो गुरु जी क्षमा करना संगत जी। आज पहले मैं मंत्र जाप करती हूँ, फिर अपना शुक्राना सत्संग शेयर करूँगी। ओम नमः। आज मेरे छोटे बेटे का शोधाद्वारे मिळालेले काही परिणाम हे राजवीर का जन्मदिन है। गुरुजी, आपके छोटे दोहते का जन्मदिन है, आप उसके नाना जी और वो आपका दोहता है। गुरु महाराज उसको बहुत बहुत शुभकामनाएं देना, उसको निरोगी दीर्घायु का आशीर्वाद देना। मेरे बच्चे को आपके आशीर्वाद की बहुत ज़रूरत है गुरुपा। अपने बच्चे के, अपने दोहते के अंग संग रहना गुरुजी महाराज। आप, मुझे पता है आप हमारे अंग संग हो और हमेशा रहोगे। और मुझे पता है मेरे गुरुजी महाराज हमारे साथ है, तो हम क्यों घबराए। इसलिए हमारे पूरे परिवार की तरफ से मैं आपको कोटि कोटि
अनंतम अनंतम लाखों करोड़ अरबों बार शुक्राना शुक्राना शुक्राना। हर सांस हर पल हर दिन, सोते जागते उठते बैठते दिन रात हर चीज़ का शुक्राना शुक्राना करती हूँ। गुरुजी महाराज आप बहुत अच्छे हो, बहुत प्यारे हो, हमारे अंग संग रहते हो। गुरुजी महाराज जो भी हमारी ज़िंदगी में जो भी परेशानियाँ चल रही है गुरुजी महाराज आपको सब पता है और आप जानते भी हो, मुझे पता है गुरुजी महाराज। गुरुजी महाराज इन परेशानियों से निकालो। आपकी बेटी बहुत परेशान चल रही है, शरीर से भी बहुत ठीक नहीं रहती गुरुजी महाराज। और जिस घर में हम रहते हैं गुरुजी महाराज वहाँ पे बिल्कुल बरकत नहीं है। यहाँ से गुरुजी महाराज आपसे आपकी बेटी अरदास करती है कि इस घर से हमें दूसरे घर में शिफ्ट करो, अच्छा सा घर दिलाओ गुरुजी महाराज, कृपा करो। मेरे पति अंकल के भी कल परसों से घुटने में पैरों में मोच आ गई, सूजन आ रही है गुरुजी महाराज, उनकी सूजन दूर करो, उनको ठीक करो। बहुत चिड़चिड़े हो रहे हैं मेरे बच्चे भी, बहुत चिड़चिड़े हो रहे हैं गुरुजी महाराज। हमारे घर की जो भी बुरी नज़र है उसे आप ही दूर करो और आप ही दूर करोगे गुरुपा, आप ही दूर करोगे। रक्षा करो मेरे परिवार की गुरुजी महाराज, आप ही मेरे परमेश्वर पिता हो, रक्षा करो। मुझसे कोई गलती भूल चूक हो गई क्षमा करना गुरुजी महाराज। आपकी बेटी अभी बहुत परेशान चल रही है गुरुपा, हमारी बिल्कुल बरकत नहीं है गुरुपा, प्लीज़ हमारे घर में पैसों की बरकत करो। पति अंकल का काम धंधा चलाओ, हमारा कर्जा मिटाओ गुरुजी महाराज। मेरे परिवार के अंग संग रहने का आपका कोटि कोटि शुक्राना। रक्षा करना मेरे सुहाग दोनों बच्चों की गुरुजी महाराज, रक्षा करना। अपनी बेटी से कोई भी भूल चूक हो गई तो क्षमा कर देना। और जो ये सत्संग शेयर करते हैं राज अंकल, उनका भी भला करना, उनके परिवार का भी भला करना, सभी संगत का भला करना, सबके दुख दूर करना। मेरे महाशिव सदाशिव हमेशा सभी संगत के साथ रहना गुरुपा, कभी साथ मत छोड़ना गुरुपा, रक्षा करना। अपना भी ध्यान रखना गुरुपा, अपना भी ध्यान रखना गुरुजी महाराज, अपना भी ध्यान रखना। आपकी बेटी को गुरुजी महाराज आपकी ब्लेसिंग की बहुत ज़रूरत है गुरुजी महाराज। अपना कृपा का हाथ हमारे सर पे रख दो, हमारे परिवार पे रख दो, रक्षा कर दो। हमसे कोई भूल चूक हो जाए तो कान पकड़ के क्षमा मांगते हैं पूरी परिवार की तरफ से, रक्षा करो। मेरे पति अंकल मेरे दोनों बच्चों की तरफ से आपको कोटि कोटि अनंत लाखों करोड़ अरबों बार शुक्राना शुक्राना शुक्राना। अब मैं अपना शुक्राना सत्संग यहीं विराम देती हूँ और अगले सत्संग की तैयारी करती हूँ। अगर सत्संग करने में मुझसे कोई भी भूल चूक हो जाए गुरुजी महाराज तो अपनी बेटी को क्षमा करना संगत जी। मैं अपना शुक्राना सत्संग फिर शेयर करूँगी आप लोगों के साथ। मेरे साथ आप भी गुरुजी के पावन मंत्र जाप कीजिए। ओम नमः शिवाय, शिव जी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, मेरे गुरुजी सदा सहाय। जय गुरुजी। शुक्राना शुक्राना शुक्राना, कोटि कोटि अनंतम लाखों करोड़ों अरबों बार शुक्राना शुक्राना शुक्राना। जय गुरुजी। इसी शुक्राना शुक्राना गुरुजी। सत्संग के साथ आज के सत्संग को विराम देते हैं। गुरुजी महाराज सब पर कृपा बनाए रखें, सबको खुशी और अच्छी सेहत बख्शना। अनंतम अनंतम शुक्राना गुरुजी। जय गुरुजी।